ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਨਾਮ ਨ ਜਾਣਿਆ ਰਾਮ ਕਾ, ਮੂੜੇ ਫਿਰ ਪਾਸ਼ੈ ਪਛਤਾਹੇ ਰੇ। ਫਿਰ ਪਾਸ਼ੈ ਪਛਤਾਹੇ ਰੇ। ਸਨਮਾਨਯੋਗ ਗੁਰੂ ਪਿਆਰੀ ਸੰਗਤ ਜੀ, ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਵੇਲਾ ਅਤੇ ਸਾਧ ਸੰਗਤ ਬਖਸ਼ੀ ਹੈ, ਜੋ ਕਿ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰਨ ਤੋਂ ਪ੍ਰਥਮ ਪਿਆਰ ਅਦਬ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਸ੍ਰੀ ਮੁਖਵਾਕ ਸਾਹਿਬ ਜੀ ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ 716 ਅੰਗ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਅੰਦਰ ਪਰਮਾਤਮਾ ਦੀ ਵਡਿਆਈ, ਉਹਦੀ ਸੋਭਾ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਉਹਨਾਂ ਨੇ ਇੱਕ ਮਨੁੱਖ ਤੇ ਕਿਰਪਾ ਕੀਤੀ, ਸੇਵਕਾਂ ਤੇ ਕਿਰਪਾ ਕੀਤੀ, ਜਿਹਦੇ ਕਰਕੇ ਉਹਦੇ ਪੰਜੇ ਦੋਖ ਤੇ ਇੱਕ ਬੰਦੇ ਅੰਦਰ ਜਿਹੜਾ ਰੋਗ ਹੈ ਹਉਮੈ ਦਾ, ਕੱਟੇ ਹਉਮੈ ਰੋਗ ਜਿਹਨੂੰ ਅਹੰ ਕਹਿੰਦੇ ਨੇ, ਇਹ ਵਾਲਾ ਰੋਗ ਦੂਰ ਕਰਕੇ ਉਹਦੀ ਜ਼ਿੰਦਗੀ ਨੂੰ ਸੁਹਾਵਣਾ ਬਣਾਇਆ, ਸੁੰਦਰ ਬਣਾਇਆ। ਬੰਧਨ ਤੋੜ ਕੇ, ਵਿਖਿਆ ਜਿਹੜੀ ਸੀ ਦੂਰ ਕਰਕੇ, ਨਾਮ ਦਾ ਅੰਮ੍ਰਿਤ ਦੇ ਕੇ ਹਿਰਦੇ ਵਿੱਚ ਇਹ ਨਹੀਂ ਦੇਖਿਆ ਕਿ ਮੈਂ ਕੁਹਜਾ ਹਾਂ ਜਾਂ ਮੈਂ ਸੁੰਦਰ ਹਾਂ ਜਾਂ ਮੈਂ ਕੁਰੂਪ ਹਾਂ ਜਾਂ ਮੇਰੀ ਜਾਤੀ ਨੀਵੀਂ ਆ, ਇਹ ਕੁਝ ਨਹੀਂ ਦੇਖਿਆ। ਬਸ ਪ੍ਰੇਮ ਦੇ ਬੰਧਨ ਵਿੱਚ ਮੈਨੂੰ ਬੰਨ੍ਹ ਦਿੱਤਾ। ਇਵੇਂ ਫਿਰ ਮੈਂ ਪਰਮਾਤਮਾ ਦੇ ਨਾਮ ਨੂੰ ਜਪ ਕੇ ਮੇਰਾ ਸੁਭਾਅ ਉਹਦੇ ਜੈਸਾ ਹੀ ਹੋ ਗਿਆ, ਉਹ ਠਾਕੁਰ ਦੇ ਵਿੱਚ ਹੀ ਮੈਂ ਲੀਨ ਹੋ ਗਿਆ। ਇਹ ਗੁਰੂ ਅਰਜਨ ਦੇਵ ਜੀ ਨੇ ਆਖਿਆ ਹੈ ਕਿ ਸਾਹਿਬ ਜੀ ਹਮੇਸ਼ਾ ਹੀ ਆਪਦੇ ਸੇਵਕਾਂ ਦੀ ਰੱਖਿਆ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਨੂੰ ਸਵਾਰਦੇ ਨੇ, ਉਹਨਾਂ ਦੇ ਵਿਕਾਰਾਂ ਨੂੰ ਦੂਰ ਕਰਦੇ ਨੇ। ਹੁਣ ਗੱਲ ਹੈ ਕਿ ਬੰਦੇ ਦੇ ਅੰਦਰ ਇੱਕ ਰੋਗ ਆ, ਇੱਕ ਤਾਂ ਹੁੰਦੇ ਆ ਸਰੀਰਾਂ ਦੇ ਰੋਗ, ਇੱਕ ਹੁੰਦੇ ਆ ਮਨ ਦੇ ਜਿਹੜੇ ਰੋਗ ਹੁੰਦੇ ਨੇ, ਜਿਹਨੂੰ ਅਹੰਗ ਰੋਗ ਕਹਿੰਦੇ ਨੇ। ਇਹਨੂੰ ਕੱਟਣਾ, ਇਹਨੂੰ ਕੱਢਣਾ ਮਨ ਦੇ ਵਿੱਚੋਂ ਬੜਾ ਮੁਸ਼ਕਿਲ ਹੁੰਦਾ। ਕੁਝ ਵੀ ਹੋ ਜੇ, ਬੰਦਾ ਕਿਵੇਂ ਨਾ ਕਿਵੇਂ ਕੁਝ ਕਰਕੇ ਆਖ ਹੀ ਦਿੰਦਾ, ਇਹ ਮੇਰੇ ਕੀਤਿਆਂ ਹੋਇਆ ਜਾਂ ਮੈਂ ਕੀਤਾ। ਇਹੀ ਸਾਹਿਬ ਜੀ ਆਖ ਰਹੇ ਨੇ। ਟੋਡੀ ਮਹੱਲਾ ਪੰਜਵਾ, ਘਰ ਪੰਜਵਾ ਦੋ ਪਦੇ। ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ 2 ਪਦਿਆਂ ਵਾਲਾ ਸ਼ਬਦ ਹੈ। ਪੰਜਵੇਂ ਘਰ 'ਚ ਰਾਗ ਤੇ ਤਾਲ ਨੂੰ ਮਿਲਾ ਕੇ ਗਾਉਣ ਲਈ ਕਹਿ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ,
ਓੰਕਾਰ ਉਹਦਾ ਬੋਲ ਹੈ, ਜਿੱਥੋਂ ਸਾਰਾ ਬ੍ਰਹਿਮੰਡ ਬਣਿਆ। ਉਹ ਗੁਰੂ ਦੇ ਪ੍ਰਸਾਦ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਇੱਥੇ ਕਹਿੰਦੇ ਨੇ ਐਸਾ ਗੁਣ ਮੇਰੇ ਤੇ ਕਿਹਨੇ ਕੀਤਾ? ਮੇਰੇ ਰੱਬ ਨੇ ਕਰ ਦਿੱਤਾ, ਪਰਮਾਤਮਾ ਨੇ ਕਰ ਦਿੱਤਾ। ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਮੇਰੇ ਪੰਜੇ ਦੋਖ ਕਿਹੜੇ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਦੂਰ ਕੀਤਾ। ਤੇ ਇੱਕ ਬੰਦੇ ਅੰਦਰ ਅਹੰ ਰੋਗ ਆ, ਉਹਨੂੰ ਦੂਰ ਕੀਤਾ। ਕੁਝ ਮੈਂ ਹਾਂ ਦੀ ਜਿਹੜੀ ਭਾਵਨਾ ਉਹ ਕੱਟੀ ਗਈ ਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਪਿਆ ਸੰਜੋਗ। ਇੱਦਾਂ ਮੇਰੇ ਰੋਗ ਜਿਹੜੇ ਕੱਟ ਦਿੱਤੇ ਨੇ, ਤਨ ਤੇ ਸਗਲੇ ਦੂਰ ਕਰ ਦਿੱਤੇ ਨੇ। ਜਿੱਦਾਂ ਇੱਕ ਫਕੀਰ ਸੀ, ਉਹਨੇ ਬੜੀ ਬੰਦਗੀ ਕੀਤੀ ਪਰਮਾਤਮਾ ਦੀ, ਤੇ ਪਰਮਾਤਮਾ ਨੇ ਉੱਤੇ ਕਿਰਪਾ ਕੀਤੀ ਤੇ ਉਹਦੇ ਪੰਜੇ ਵਿਕਾਰ ਦੂਰ ਹੋ ਗਏ। ਕਾਮ ਵੀ ਨਹੀਂ ਰਿਹਾ, ਕ੍ਰੋਧ ਵੀ ਉਹਦੇ ਅੰਦਰ ਨਹੀਂ ਰਿਹਾ। ਨਹੀਂ ਤਾਂ ਆਮ ਆਪਾਂ ਦੇਖਦੇ ਹਾਂ, ਜਿਨ੍ਹਾਂ ਬੰਦਿਆਂ ਨੂੰ ਆਪਾਂ ਅੱਜ ਤੋਂ 30 ਸਾਲ ਪਹਿਲਾਂ ਦੇਖਿਆ ਸੀ, ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਸੁਭਾਅ ਉਹਨਾਂ ਦਾ ਬਦਲਿਆ ਹੀ ਨਹੀਂ, ਉੱਦਾਂ ਹੀ ਪਿਆ। ਅੱਜ ਸੁਭਾਅ ਉਹਨਾਂ ਦਾ ਉੱਦਾਂ ਹੀ ਆ, ਕੋਈ ਬਾਣੀ ਨੇ ਉਹਨਾਂ ਨੂੰ ਫਰਕ ਨਹੀਂ ਪਾਇਆ। ਕਾਰਨ ਉਹਨਾਂ ਨੂੰ ਜੁਗਤ ਨਹੀਂ ਪਤਾ ਲੱਗੀ, ਉਹਨੂੰ ਪੜ੍ਹਨ ਦੀ ਢੰਗ ਨਹੀਂ ਪਤਾ ਲੱਗਿਆ ਕਿ ਕਿਹੜੇ ਤਰੀਕੇ ਨਾਲ ਪੜ੍ਹਨੀ ਆ। ਫਕੀਰ ਸੀ ਤੇ ਜੁਗਤੀ ਮਿਲ ਗਈ, ਪੰਜੇ ਰੋਗ ਦੂਰੋਂ ਕਰ ਦਿੱਤੇ ਆਪਣੇ। ਇੱਕ ਦਿਨ ਜਾ ਰਿਹਾ ਸੀ, ਰਸਤੇ ਤੇ ਤੁਰਿਆ ਜਾ ਰਿਹਾ ਸੀ, ਤੇ ਇੱਕ ਦਿਨ ਰਸਤੇ ਵਿੱਚ ਸ਼ੈਤਾਨ ਮਿਲਿਆ ਇਸ ਨੂੰ। ਕਹਿਣ ਲੱਗਾ, ਤੂੰ ਕਾਲੇ ਰੰਗ ਦੇ ਕੱਪੜੇ ਪਾਏ ਆ, ਤੇਰਾ ਕੌਣ ਮਰ ਗਿਆ? ਕਿਉਂਕਿ ਫਕੀਰ ਆਮ ਕਰਕੇ ਕਾਲੇ ਰੰਗ ਦੇ ਕੱਪੜੇ ਪਹਿਨਦੇ ਨੇ। ਫਰੀਦ ਜੀ ਵੀ, ਭਗਤ ਜੀ ਵੀ ਪਹਿਨਦੇ ਸੀ ਕਾਲੇ ਰੰਗ ਦੇ ਕੱਪੜੇ। ਕਾਲੇ ਮੈਂਡੇ ਕੱਪੜੇ ਫਰੀਦਾ, ਕਾਲਾ ਮੈਂਡਾ ਵੇਸ। ਆਪ ਹੀ ਤਾਂ ਕਹਿੰਦੇ ਨੇ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੇ ਦਰਵੇਸ਼। ਮੇਰੇ ਕਾਲੇ ਰੰਗ ਦੇ ਕੱਪੜੇ ਨੇ, ਕਾਲਾ ਹੀ ਮੇਰਾ ਵੇਸ ਆ, ਲਿਬਾਸ ਆ, ਪਰ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ ਮੇਰੇ ਕੱਪੜੇ ਦੇਖ ਕੇ। ਪਰ ਮੈਂ ਗੁਨਾਹਾਂ ਦੇ ਨਾਲ ਭਰਿਆ ਹੋਇਆ ਹਾਂ, ਪਾਪਾਂ ਦੇ ਨਾਲ ਭਰਿਆ ਹੋਇਆ। ਸ਼ੈਤਾਨ ਨੇ ਆਖਿਆ, ਫਕੀਰ ਤੂੰ ਕਾਲੇ ਰੰਗ ਦੇ ਕੱਪੜੇ ਪਾਏ ਨੇ, ਤੇਰਾ ਕੌਣ ਮਰ ਗਿਆ ਹੈ? ਇਹ ਫਕੀਰ ਕਹਿਣ ਲੱਗਾ, ਮੇਰੇ ਸਾਰੇ ਹੀ ਮਰ ਗਏ ਨੇ। ਕ੍ਰੋਧ ਮਰ ਗਿਆ, ਕਾਮ ਮਰ ਗਿਆ, ਵਾਸ਼ਨਾ ਮਰੀ, ਆਸਾ ਮਰ ਗਈ, ਤ੍ਰਿਸ਼ਨਾ ਮਰ ਗਈ, ਹਉਮੈ ਕੱਟੀ ਗਈ ਮਰ ਗਈ, ਹੰਕਾਰ ਮਰ ਗਿਆ, ਲਾਲਚ ਮਰ ਗਿਆ, ਸਾਰੇ ਮੇਰੇ ਮਰ ਗਏ ਨੇ। ਉਹਨਾਂ ਦੇ ਸੋਗ 'ਚ ਮੈਂ ਕਾਲੇ ਕੱਪੜੇ ਪਾਏ ਆ। ਇਹਨੇ ਆਖਿਆ, ਫਿਰ ਤੂੰ ਪ੍ਰਸ਼ਾਦਾ ਛਕ ਕੇ ਜਾਈ, ਸਾਡੇ ਘਰ ਦੇ ਵਿੱਚ ਆ। ਆਇਆ ਇਹ ਫਕੀਰ, ਥਾਲੀ ਅੱਗੇ ਰੱਖ ਕੇ ਚੁੱਕ ਲਈ। ਕਹਿੰਦਾ, ਤੇਰੇ ਜੈਸੇ ਵਿਹਲੜ ਬੰਦੇ ਨੂੰ ਪ੍ਰਸ਼ਾਦਾ ਕੌਣ ਛਕਾਵੇਗਾ? ਮੈਂ ਨਹੀਂ ਛਕਾ ਸਕਦਾ। ਉੱਠਿਆ ਤੇ ਫਕੀਰ ਜਾਣ ਲੱਗਾ। ਆਖਿਆ, ਨਹੀਂ ਬਹਿ ਜਾ, ਮਜ਼ਾਕ ਕਰਦਾ ਸੀ। 70 ਵਾਰ ਉਹਦੀ ਬੇਇੱਜ਼ਤੀ ਕੀਤੀ, ਥਾਲੀ ਅੱਗੇ ਰੱਖ ਕੇ ਪਿਛਾਂਹ ਖਿੱਚੀ ਤੇ ਆਖਿਆ ਸੀ, ਫਕੀਰਾ ਵਾਕਈ ਤੇਰੇ ਅੰਦਰੋਂ ਮਰ ਗਏ ਆ ਵਿਕਾਰ। ਕਹਿਣ ਦੀ ਗੱਲ ਨਹੀਂ, ਵਾਕਈ ਨਹੀਂ ਰਹੇ, ਤੂੰ ਵਾਕਈ ਫਕੀਰ ਆ। ਮੱਥਾ ਟੇਕ ਦਿੱਤਾ ਸੀ ਤਾਂ ਕਹਿਣ ਲੱਗਾ, ਫਕੀਰ ਨਹੀਂ, ਹਜੇ ਫਕੀਰੀ ਦੀ ਮੰਜ਼ਿਲ ਬੜੀ ਦੂਰ ਆ। ਇਹ ਕੰਮ ਜੋ ਕੀਤਾ ਇੱਕ ਕੂਕਰ ਵੀ ਕਰ ਲੈਂਦਾ, ਜੋ ਮੈਂ ਕੀਤਾ। ਕੁੱਤੇ ਨੂੰ ਰੋਟੀ ਪਾਓ ਆ ਜਾਏਗਾ, ਡਾਂਗ ਮਾਰੋ ਭਜਾਓ ਚਲਿਆ ਜਾਵੇਗਾ।
फिर पाओ आ जाएगा। जो मैं कीता ਉਹਨੇ ਇੱਕ ਕੁੱਤਾ ਵੀ ਕਰ ਲੇਗਾ, ਕੂਕਰ ਵੀ ਕਰ ਲੇਗਾ। ਬੰਦਗੀ ਦੀ ਮੰਜ਼ਿਲ ਜੇ ਦੂਰ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਇੱਦਾਂ ਦਾ ਗੁਣ ਪਰਮਾਤਮਾ ਨੇ ਮੇਰੇ ਤੇ ਕੀਤਾ। ਮੇਰੇ ਪੰਚ ਦੋਖ, ਮੇਰੇ ਵਿਕਾਰ, ਜਿਨ੍ਹਾਂ ਕਰਕੇ ਮੈਂ ਤਪਦਾ ਹਾਂ, ਜਿਨ੍ਹਾਂ ਕਰਕੇ ਮੇਰੀ ਜ਼ਿੰਦਗੀ ਖੁਆਰ ਹੁੰਦੀ ਆ, ਜਿਨ੍ਹਾਂ ਕਰਕੇ ਮੈਥੋਂ ਪਰਮਾਤਮਾ ਵਾਲਾ ਸੁਭਾਅ ਬਣਾਇਆ ਨਹੀਂ ਜਾਂਦਾ, ਰੂਹਾਨੀਅਤ ਵਾਲੀ ਜ਼ਿੰਦਗੀ ਜਿਉਂ ਹੀ ਨਹੀਂ ਜਾਂਦੀ। ਇਹ ਤਨ ਤੇ ਸਗਲ ਦੂਰ ਕੀਨ। ਇਹ ਮੇਰੇ ਤਨ ਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਰੀਰ ਵਿੱਚੋਂ ਕੱਢ ਦਿੱਤੀਆਂ ਨੇ, ਹਉਮੈ ਕੱਟ ਦਿੱਤੀ ਆ। ਕਿਉਂਕਿ ਬੰਦੇ ਦੇ 4 ਭਾਗ ਮੰਨੇ ਜਾਂਦੇ ਆ ਮਨ ਦੇ। ਮਨ, ਬੁੱਧ, ਚਿੱਤ, ਅਹੰਗ। ਜਿੱਥੇ ਫੁਰਨੇ ਚੱਲਦੇ ਆ, ਇੱਕ ਆ ਜਾਂਦਾ, ਇੱਕ ਚਲਿਆ ਜਾਂਦਾ, ਇੱਕ ਉੱਠਦਾ, ਇੱਕ ਬਹਿ ਜਾਂਦਾ, ਲਹਿਰਾਂ ਦੇ ਵਾਂਗ। ਉਹਨੂੰ ਤਾਂ ਮਨ ਕਹਿੰਦੇ ਨੇ, ਫੁਰਨਿਆਂ ਦੇ ਵੇਗ ਨੂੰ। ਆਏ ਹੋਏ ਫੁਰਨੇ ਦੇ ਬਾਰੇ ਫੈਸਲਾ ਕਰੀਏ, ਇਹ ਫੁਰਨੇ ਨੂੰ ਕਰਮ ਦੇਵਾਂ ਕਿ ਨਾ ਦੇਵਾਂ। ਫੁਰਨਾ ਆ ਗਿਆ ਕਿਸੇ ਦਾ ਭਲਾ ਕਰਨਾ, ਕਰਾਂ ਕਿ ਨਾ ਕਰਾਂ, ਕਰਾਂ ਕਿ ਨਾ ਕਰਾਂ। ਇਹਨੂੰ ਬੁੱਧੀ ਕਹਿੰਦੇ ਨੇ, ਅਕਲ ਕਹਿੰਦੇ ਨੇ, ਫੈਸਲਾ ਕਰਨ ਨੂੰ। ਅੱਗੇ ਹੀ ਮਨ ਦਾ ਭਾਗ ਆ ਤੀਜਾ, ਚਿੱਤ ਕਹਿੰਦੇ ਨੇ ਉਹਨੂੰ। ਕਿਸੇ ਦੀ ਯਾਦ ਵਿੱਚ ਲੀਨ ਹੋ ਜਾਣਾ। ਬੈਠਿਆਂ ਤੇ ਚਿੱਤ ਕਿਸੇ ਦੀ ਯਾਦ ਵਿੱਚ ਲੀਨ ਹੋ ਸਕਦਾ। ਉਹ ਮਾਇਆ ਵੀ ਹੋ ਸਕਦੀ ਆ, ਉਹ ਪੁੱਤਰ ਵੀ ਹੋ ਸਕਦਾ, ਉਹ ਪੈਸਾ ਵੀ ਹੋ ਸਕਦਾ, ਉਹ ਧੀ ਵੀ ਹੋ ਸਕਦੀ ਆ, ਉਹ ਗੁਰੂ ਵੀ ਹੋ ਸਕਦਾ। ਉਹਨੂੰ ਚਿੱਤ ਕਹਿੰਦੇ ਨੇ। ਅੱਜ ਮੇਰਾ ਚਿੱਤ ਜਿਹੜਾ ਹੈ ਉਹ ਉਦਾਸ ਆ। ਆਮ ਇਹ ਕਹਿਣ ਨੂੰ ਮਿਲਦਾ ਹੈ, ਠੀਕ ਨਹੀਂ, ਚਿੱਤ ਉਦਾਸ ਆ। ਇਹ ਤੀਜਾ ਭਾਗ ਆ ਮਨ ਦਾ। ਚੌਥਾ ਭਾਗ ਆ ਅਹੰਗ। ਇਹਦੀ ਗੱਲ ਹੋਈ ਅੱਜ ਦੇ ਹੁਕਮ ਦੇ ਵਿੱਚ। ਪੰਚ ਦੋਖ ਅਰ ਅਹੰਗ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਕੁਝ ਮੈਂ ਹਾਂ, ਕੁਝ ਮੈਂ ਹਾਂ, ਮੈਂ ਕੁਝ ਹਾਂ, ਮੇਰੇ ਕੀਤੇ ਹੀ ਸਭ ਕੁਝ ਹੋ ਰਿਹਾ। ਇਹਨੂੰ ਅਹੰਗ ਕਹਿੰਦੇ ਨੇ, ਹਉਮੈ ਕਹਿੰਦੇ ਨੇ। ਇਹੀ ਗੁਰੂ ਨੇ ਮੇਰੀ ਕੱਟ ਦਿੱਤੀ ਆ, ਜਿਹਦੇ ਕਰਕੇ ਮੈਂ ਹੁਣ ਗੁਣਾਂ ਵਾਲਾ ਹੋ ਗਿਆ। ਬਾਣੀ ਪੜ੍ਹੀ ਮੈਂ ਪੜ੍ਹੀ ਹੈ, ਕੀਰਤਨ ਕੀਤਾ, ਕਥਾ ਕੀਤੀ ਮੈਂ ਕੀਤੀ ਹੈ, ਦਾਨ ਦਿੱਤਾ ਮੈਂ ਕੀਤਾ ਹੈ। ਇਹ ਸਭ ਕੁਝ ਬੰਦੇ ਦੇ ਅੰਦਰ ਇੱਕ ਅਹੰਗ ਰਹਿ ਜਾਂਦਾ। ਫਿਰ ਵੀ ਕੁਝ ਵੀ ਜਿੰਨਾ ਮਰਜ਼ੀ ਕਹਿ ਲਵੇ। ਮਹਾਂਪੁਰਸ਼ਾਂ ਦੀਆਂ ਇੱਕ ਸਾਖੀਆਂ ਨੇ 2-3, ਤੁਹਾਨੂੰ ਸਮਝ ਲੱਗੇਗੀ ਇਹਦੇ ਨਾਲ ਹੋਰ ਵੀ। ਕਹਿੰਦੇ ਇੱਕ ਰਥ ਸੀ, ਰਥ ਦੇ ਉੱਪਰ ਬੈਠੀ ਸੀ ਮੱਖੀ। ਜਦੋਂ ਬੈਠੀ ਤੇ ਰਥ ਚੱਲਿਆ, ਰਥਵਾਹੀ ਨੇ ਚਲਾਇਆ ਤੇ ਬੜੀ ਧੂੜ ਉੱਡੀ, ਬਹੁਤ ਜ਼ਿਆਦਾ ਧੂੜ ਉੱਡੀ। ਮੱਖੀ ਨੂੰ ਲੱਗਿਆ ਕਿ ਇਹ ਧੂੜ ਮੈਂ ਉਡਾ ਰਹੀ ਹਾਂ। ਮੱਖੀ ਨੂੰ ਇੱਕ ਵਹਿਮ ਹੋ ਗਿਆ। ਜਦ ਕਿ ਉਹ ਧੂੜ ਉਡਾ ਰਹੇ ਆ ਘੋੜੇ, ਉਹ ਰਥ ਦੇ ਪਹੀਏ ਜਿਹਦੇ ਤੇ ਉਹ ਬੈਠੀ ਆ, ਦੇਖਣ ਨੂੰ ਲੱਗ ਰਿਹਾ ਮੈਂ ਇੰਨੀ ਧੂੜ ਉਡਾ ਰਹੀ ਹਾਂ, ਮੇਰੇ ਵਿੱਚ ਇੰਨਾ ਬਲ ਆ। ਪਰ ਉਹ ਧੂੜ ਦਾ ਕਰਤਾ ਧਰਤਾ ਤਾਂ ਉਹ ਰਥ ਆ, ਜਾਂ ਰਥਵਾਹੀ ਆ, ਜਾਂ ਰਥ ਦੇ ਪਹੀਏ ਨੇ, ਜਾਂ ਘੋੜੇ ਨੇ। ਅਸਲ ਚੀਜ਼ ਦੀ ਉਹਨੂੰ ਸਮਝ ਨਹੀਂ ਆ ਰਹੀ। ਇੱਦਾਂ ਹੀ ਇੱਕ ਔਰਤ ਸੀ ਤੇ ਪਿੰਡ ਦੇ ਵਿੱਚ ਉਹਨੂੰ ਵੀ ਇਵੇਂ ਵਹਿਮ ਜਿਹਾ ਹੋ ਗਿਆ। ਕਹਿੰਦੀ ਹੁੰਦੀ ਸੀ ਮੇਰੇ ਨਾਲ ਹਿਸਾਬ ਨਾਲ ਵਰਤਾਵ ਕਰਿਓ, ਮੇਰੇ ਪਾਸ ਇੱਕ ਮੁਰਗਾ ਹੈ। ਜਦੋਂ ਹੀ ਉਹ ਬਾਂਗ ਦਿੰਦਾ ਤੇ ਸੂਰਜ ਉਦੈ ਹੁੰਦਾ, ਚੜ੍ਹਦਾ। ਜੇ ਤੁਸੀਂ ਮੇਰੇ ਨਾਲ ਹਿਸਾਬ ਨਾਲ ਨਾ ਵਰਤਾਵ ਕੀਤਾ, ਮੈਂ ਪੇਕੇ ਘਰੇ ਚਲੀ ਜਾਵਾਂਗੀ ਇਹ ਪਿੰਡ ਛੱਡ ਕੇ। ਫਿਰ ਸੂਰਜ ਨਹੀਂ ਚੜ੍ਹੇਗਾ ਇੱਥੇ, ਫਿਰ ਤੜਫੋਂਗੇ, ਰੋਵੋਂਗੇ, ਪਿੱਟੋਂਗੇ। ਇੱਦਾਂ ਆਖਦੀ ਸੀ। ਤੇ ਆਮ ਹੁਣ ਘਰਾਂ ਦੇ ਵਿੱਚ ਗੱਲਾਂ ਹੋ ਜਾਂਦੀਆਂ, ਬੰਦੇ ਤੋਂ ਰਹਿ ਨਹੀਂ ਹੁੰਦਾ, ਕੁਝ ਕਹਿ ਹੀ ਦਿੰਦਾ ਨਾ ਬੰਦਾ ਇੱਕ ਦੂਜੇ ਨੂੰ। ਬੰਦੇ ਦਾ ਹੰਕਾਰ ਹੀ ਆ। ਉਹ ਕੁਝ ਕਹਿ ਹੋ ਗਿਆ, ਗੁੱਸੇ ਹੋ ਗਈ, ਆਪਦਾ ਉਹ ਮੁਰਗਾ ਲੈ ਕੇ ਆਪਦੇ ਪੇਕੇ ਪਿੰਡ ਚਲੀ ਗਈ।
ਜਦੋਂ ਮੁਰਗੇ ਨੇ ਬਾਂਗ ਦਿੱਤੀ ਆ ਤਾਂ ਉਹਦਾ ਸੁਭਾਅ ਹੁੰਦਾ ਸੂਰਜ ਚੜ੍ਹੇ ਤੋਂ ਬਾਂਗ ਦੇਣੀ, ਪਰ ਇਹ ਨਹੀਂ ਕਿ ਉਹ ਬਾਂਗ ਦਿੰਦਾ ਤੇ ਸੂਰਜ ਚੜ੍ਹਦਾ। ਇੱਦਾਂ ਦਾ ਤਾਂ ਕੁਝ ਹੈ ਹੀ ਨਹੀਂ। ਹੁਣ ਉਹਨੂੰ ਲੱਗ ਰਿਹਾ ਸੀ ਇਹਨੇ ਬਾਂਗ ਦਿੱਤੀ ਤੇ ਸੂਰਜ ਚੜ੍ਹਿਆ, ਬੜੀ ਖੁਸ਼ ਹੋਈ, ਉੱਚੀ ਉੱਚੀ ਬੋਲ ਕੇ ਕਹਿੰਦੀ ਹੁਣ ਰੋਂਦੇ ਹੋਣਗੇ, ਪਿੱਟਦੇ ਹੋਣਗੇ, ਜਿਹੜਾ ਸੂਰਜ ਚੜ੍ਹਾਉਂਦਾ ਸੀ ਉਹ ਤਾਂ ਇੱਥੇ ਲੈ ਆਉਂਦਾ ਮੈਂ। ਇਹੀ ਚੀਜ਼ਾਂ ਨੂੰ ਆਹੰਗ ਕਹਿੰਦੇ ਨੇ ਵੀ ਮੇਰੇ ਕੀਤਿਆਂ ਕੁਝ ਹੋ ਰਿਹਾ, ਮੈਂ ਕਰ ਰਿਹਾ ਤੇ ਕੁਝ ਹੋ ਰਿਹਾ। ਹਾਂ, ਜ਼ਿੰਦਗੀ ਦੇ ਵਿੱਚ ਉਦਮ ਜ਼ਰੂਰੀ ਆ, ਮਸ਼ੱਕਤ ਜ਼ਰੂਰੀ ਆ, ਪਰ ਇਹ ਕਹਿ ਦੇਣਾ ਮੇਰੇ ਕਰਕੇ ਹੀ ਮੇਰਾ ਪਰਿਵਾਰ ਪਲਦਾ, ਮੈਂ ਹਾਂ ਤੇ ਇਹ ਨੇ ਤੇ ਮੈਂ ਹਾਂ ਤੇ ਕੁਝ ਵੀ ਨਹੀਂ। ਹੁਣ ਵਿਦਵਾਨ ਇੱਦਾਂ ਕਹਿੰਦੇ ਨੇ, ਕਹਿੰਦੇ ਜੇ ਤੁਹਾਨੂੰ ਭੁਲੇਖਾ ਹੈ ਕਿ ਤੁਹਾਡੇ ਬਿਨਾਂ ਜ਼ਿੰਦਗੀ ਚੱਲ ਨਹੀਂ ਸਕਦੀ ਤਾਂ ਉਹਨਾਂ ਬੰਦਿਆਂ ਦੇ ਇਸ਼ਤਿਹਾਰ ਰਸਾਲਿਆਂ ਵਿੱਚੋਂ, ਅਖਬਾਰਾਂ ਦੇ ਵਿੱਚੋਂ ਪੜ੍ਹ ਲਵੋ। ਇਹ ਉਹੀ ਨੇ ਜਿਨ੍ਹਾਂ ਦੇ ਸਹਿਜ ਪਾਠ ਦੇ ਭੋਗ ਅੰਤਮ ਅਰਦਾਸ ਲਿਖੀ ਹੋਈ ਆ, ਜਿਹੜੇ ਕਹਿੰਦੇ ਸੀ ਸਾਡੇ ਬਿਨਾਂ ਨਹੀਂ ਦੁਨੀਆ ਚੱਲਦੀ। ਇਹ ਉਹੀ ਤਾਂ ਹੈਗੇ ਨੇ। ਇੱਥੇ ਸਭ ਕੁਝ ਸਰ ਵੀ ਜਾਂਦਾ, ਸਭ ਕੁਝ ਚੱਲ ਜਾਂਦਾ, ਬਸ ਗੱਲ ਹੈ ਤੁਹਾਡੇ ਜਿਉਣ ਦੀ ਕਲਾ ਦੀ। ਜਿਉਣ ਦਾ ਅੰਦਾਜ਼ ਹੀ ਜ਼ਿੰਦਗੀ ਨੂੰ ਸੋਹਣਾ ਬਣਾਉਂਦਾ, ਜਿਉਣ ਦੀ ਕਲਾ ਹੀ ਜ਼ਿੰਦਗੀ ਨੂੰ ਨਿਆਰਾ ਬਣਾਉਂਦੀ ਆ, ਖੂਬਸੂਰਤ ਬਣਾਉਂਦੀ ਆ। ਇਸ ਕਰਕੇ ਜਿਹਦੇ ਕੋਲ ਕਲਾ ਹੈ ਜਿਉਣ ਦੀ, ਉਹਨੂੰ ਜਿਉਣਾ ਆ ਜਾਂਦਾ। ਜਿਹਦੇ ਕੋਲ ਕਲਾ ਨਹੀਂ ਜਿਉਣ ਦੀ, ਉਹ ਭਰਮਾਂ ਦੇ ਵਿੱਚ ਆ, ਅਗਿਆਨਤਾ ਦੇ ਵਿੱਚ ਉਹਦੀ ਜ਼ਿੰਦਗੀ ਲੰਘ ਜਾਂਦੀ ਆ। ਇਸ ਕਰਕੇ ਤੁਸੀਂ ਆਪਦੀ ਜ਼ਿੰਦਗੀ ਨੂੰ ਛੋਟੇ ਬੱਟਿਆਂ ਦੇ ਨਾਲ ਕਦੇ ਨਾ ਤੋਲਣਾ, ਇਹਦੇ ਵਿੱਚ ਰੰਗ ਭਰਨੇ। ਇੱਕ ਬੱਚੇ ਦੀ ਕਹਾਣੀ ਲਿਖੀ ਹੈ ਇੱਕ ਪ੍ਰੋਫੈਸਰ ਨੇ, ਬੜੀ ਸੁੰਦਰ ਹੈ। ਜ਼ਿੰਦਗੀ ਵਿੱਚ ਕਹਿੰਦੇ ਮਸ਼ੱਕਤ ਬੜੀ ਜ਼ਰੂਰੀ ਆ, ਉਦਮ ਬੜਾ ਜ਼ਰੂਰੀ ਹੁੰਦਾ। ਕੁਝ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੁੰਦੀ ਆ, ਉੱਤੇ ਚੱਲਣਾ ਬੜਾ ਜ਼ਰੂਰੀ ਹੁੰਦਾ। ਉਦਮ ਕਰਿੰਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ। ਇੱਕ ਬੱਚਾ ਸੀ, ਸਕੂਲ ਦੇ ਵਿੱਚ ਰੇਸ ਹੋਣੀ ਸੀ, ਜਿਵੇਂ ਦੌੜਾਂ ਨਹੀਂ ਹੁੰਦੀਆਂ, ਇੰਨੇ ਮੀਟਰ ਦੌੜ, 500 ਮੀਟਰ ਦੌੜ, 2000 ਮੀਟਰ ਦੌੜ। ਵੱਡੀ ਕਲਾਸ ਦੇ ਬੱਚਿਆਂ ਦੇ ਨਾਲ ਛੋਟੀ ਕਲਾਸ ਦੇ ਬੱਚੇ ਨੇ ਮੁਕਾਬਲਾ ਕੀਤਾ ਤੇ ਕੁਦਰਤੀ ਤੌਰ ਤੇ ਉਹਨੂੰ ਪਹਿਲਾ ਇਨਾਮ ਮਿਲਿਆ ਤੇ ਜਿੱਤ ਗਿਆ। ਉਹ ਫਸਟ ਪ੍ਰਾਈਜ਼ ਉਹਨੂੰ ਮਿਲਿਆ, ਪਹਿਲਾ ਇਨਾਮ। ਤੇ ਸਟੇਜ ਤੇ ਤੋਂ ਪੁੱਛਿਆ ਗਿਆ ਤੂੰ ਜਿੱਤ ਕਿਵੇਂ ਗਿਆ? ਕਿਉਂਕਿ ਵੱਡੇ ਬੱਚੇ, ਵੱਡੀ ਕਲਾਸ ਦੇ ਬੱਚੇ, ਉਹਨਾਂ ਨਾਲ ਦੌੜ ਲਾਉਣੀ ਕੁਝ ਹੋਰ ਗੱਲ ਸੀ, ਪਰ ਜਿੱਤਣਾ ਵੱਡੀ ਗੱਲ ਸੀ। ਤੂੰ ਜਿੱਤ ਕਿਵੇਂ ਗਿਆ? ਉਹਨੇ ਆਖਿਆ ਮਾਈਕ ਦੇ ਵਿੱਚ, ਇੱਥੇ ਇਨਾਮ ਲੈਣ ਤੋਂ ਬਾਅਦ ਸਾਰੇ ਸਜੇ ਹੋਏ ਸੀ ਸਭਾ ਦੇ ਵਿੱਚ, ਕਹਿੰਦਾ ਮੇਰੀ ਮਾਂ ਨੇ ਮੈਨੂੰ ਆਖਿਆ ਸੀ ਰੱਬ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਇੱਕ ਛੋਟੇ ਹੁੰਦਿਆਂ ਤੋਂ ਪੜ੍ਹਾਉਂਦੇ ਹੁੰਦੇ ਸੀ, ਉਹ ਕਹਾਣੀ ਸੀ ਸਕੂਲ ਦੇ ਵਿੱਚ, ਉਹ 'ਚ ਵੀ ਐਵੇਂ ਕਹਿੰਦੇ ਹੁੰਦੇ ਸੀ ਰੱਬ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਕਹਿੰਦੇ ਮੈਂ ਰੱਬ ਅੱਗੇ ਅਰਦਾਸ ਕੀਤੀ। ਉਹ ਬੱਚਾ ਕਹਿੰਦਾ ਮੈਂ ਕਦਮ ਰੱਖਦਾ ਜਾਵਾਂਗਾ ਧਰਤੀ ਤੇ ਤੁਸੀਂ ਰੱਬ ਜੀ ਚੁੱਕਦੇ ਜਾਣਾ, ਤੁਸੀਂ ਮੇਰੇ ਕਦਮਾਂ ਨੂੰ ਚੁੱਕਦੇ ਜਾਣਾ, ਮੈਂ ਰੱਖਦਾ ਜਾਵਾਂਗਾ। ਪਰਮਾਤਮਾ ਚੁੱਕਦਾ ਗਿਆ, ਮੈਂ ਰੱਖਦਾ ਗਿਆ, ਉਹ ਚੁੱਕਦਾ ਗਿਆ, ਮੈਂ ਰੱਖਦਾ ਗਿਆ ਕਦਮ। ਤੇ ਇਹ ਅੱਧੀ ਜਿੱਤ ਜਿਹੜੀ ਆ ਉਹ ਰੱਬ ਦੀ ਆ, ਅੱਧੀ ਜਿੱਤ ਆ ਜਿਹੜੀ ਮੇਰੀ ਆ। ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਇਹਦੇ ਅਰਥ ਕੀ ਨੇ? ਜਿਹੜੇ ਕੁਝ ਬਣਨਾ ਚਾਹੁੰਦੇ ਨੇ, ਉਦਮ ਕਰਦੇ ਨੇ, ਉਹਨਾਂ ਨੂੰ ਕੁਝ ਜ਼ਿੰਦਗੀ ਦਿੰਦੀ ਆ। ਜਿੰਨਾ ਤੁਸੀਂ ਜ਼ਿੰਦਗੀ ਨੂੰ ਸ਼ਗਨ ਪਾਉਂਦੇ ਹੋ ਤੇ ਓਨਾ ਹੀ ਤੁਹਾਨੂੰ ਇਹ ਵਾਪਸ ਮੋੜਦੀ ਆ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਤਾਂ ਮਾਈਕ ਦੇ ਵਿੱਚ ਬੱਚਾ ਕਹਿ ਰਿਹਾ ਸੀ ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਮੈਂ ਰੱਬ ਅੱਗੇ ਅਰਦਾਸ ਕੀਤੀ, ਤੁਸੀਂ ਮੇਰੇ ਕਦਮਾਂ ਨੂੰ ਚੁੱਕਦੇ ਜਾਣਾ, ਮੈਂ ਰੱਖਦਾ ਜਾਵਾਂਗਾ, ਚੁੱਕਦੇ ਜਾਣਾ, ਮੈਂ ਰੱਖਦਾ ਜਾਵਾਂਗਾ। ਉਹ ਚੁੱਕਦਾ ਗਿਆ, ਮੈਂ ਰੱਖਦਾ ਗਿਆ, ਜਿੱਤ ਹੋ ਗਈ। ਅੱਜ ਸਾਰੀ ਜਿੱਤ ਮੇਰੀ ਨਹੀਂ, ਰੱਬ ਦੀ ਅੱਧੀ ਜਿੱਤ ਆ ਤੇ ਅੱਧੀ ਮੇਰੀ ਮਿਹਨਤ ਆ। ਮਿਹਨਤ ਮੇਰੀ ਤੇ ਰਹਿਮਤ ਉਹਦੀ ਆ।
ਹੁਣ ਇਹ ਛੋਟੇ ਜਿਹੇ ਬੱਚੇ ਨੂੰ ਤਾਂ ਪਤਾ ਲੱਗ ਗਿਆ ਹੈ ਵੀ ਇੱਦਾਂ ਹੋ ਵੀ ਜਾਂਦਾ। ਉਦਮ ਵੀ ਜ਼ਰੂਰੀ ਆ, ਰਹਿਮਤ ਵੀ ਜ਼ਰੂਰੀ ਆ, ਮਿਹਨਤ ਵੀ ਜ਼ਰੂਰੀ ਆ ਤੇ ਕਿਰਪਾ ਵੀ ਜ਼ਰੂਰੀ ਆ। ਜੇ ਬੰਦਾ ਬਹੁਤ ਮਿਹਨਤ ਕਰੇ ਪਰ ਕਿਰਪਾ ਨਾ ਹੋਵੇ ਫਿਰ ਵੀ ਗੱਲ ਨਹੀਂ ਬਣਦੀ, ਫਿਰ ਵੀ ਗੱਲ ਨਹੀਂ ਬਣਦੀ। ਜੇ ਬੰਦਾ ਇਕੱਲਾ ਪਿਆ ਰਹੇ, ਮੰਜੇ ਨਾਲ ਲੱਗਿਆ ਰਹੇ, ਉਦਮ ਨਾ ਕਰੇ ਤੇ ਕਦੇ ਕਿਰਪਾ ਹੋ ਜੇ ਫਿਰ ਵੀ ਗੱਲ ਨਹੀਂ ਬਣਦੀ। ਦੋਨੋਂ ਪਲੱਸ ਨੇ, 50-50% ਆ ਦੋਨਾਂ ਦਾ, ਮਿਹਨਤ ਵੀ ਤੇ ਕਿਰਪਾ ਦਾ ਹੋਣਾ ਵੀ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਐਵੇਂ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਜਦੋਂ ਮੈਂ ਚੱਲ ਕੇ ਉਹਦੇ ਦੁਆਰੇ ਆਇਆ। ਉਹਨੇ ਮੇਰੇ ਪੰਜੇ ਦੋਖ ਅਹੰਗ ਰੋਗ, ਤਨ ਤੇ ਸਗਲ ਦੂਰ ਕੀਨ ਰਹਾਉ। ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰੇ ਹੀਅਰੈ ਦੀਨ। ਮੇਰੇ ਬੰਧਨ ਕੱਟ ਕੇ ਮੇਰੇ ਹੀਅਰੈ ਦੇ ਅਰਥ ਹੁੰਦੇ ਨੇ ਹਿਰਦਾ। ਹਿਰਦੇ ਦੇ ਵਿੱਚ ਸ਼ਬਦਾਂ ਨੂੰ ਟਿਕਾ ਦਿੱਤਾ, ਬੰਧਨ ਕੱਟ ਦਿੱਤੇ। ਅਗਲੀ ਪੰਕਤੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਸੁੰਦਰ ਵੀ ਆ ਤੇ ਬਰੀਕ ਵੀ ਆ ਤੇ ਸਮਝਣ ਵਾਲੀ ਵੀ ਆ। ਇਹ ਚੀਜ਼ ਆਪਾਂ ਜ਼ਿਆਦਾ ਕਰਦੇ ਹਾਂ। ਰੂਪ ਅਨੁਰੂਪ ਮੇਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਏ ਹਰ ਰੰਗ ਪੀ। ਗੁਰੂ ਨੇ ਮੇਰਾ ਰੰਗ ਨਹੀਂ ਦੇਖਿਆ, ਗੁਰੂ ਨੇ ਮੇਰਾ ਰੂਪ ਨਹੀਂ ਦੇਖਿਆ, ਗੁਰੂ ਨੇ ਇਹ ਨਹੀਂ ਦੇਖਿਆ ਮੈਂ ਕੋਝਾ ਹਾਂ, ਗੁਰੂ ਨੇ ਇਹ ਨਹੀਂ ਦੇਖਿਆ ਮੈਂ ਕਰੂਪ ਹਾਂ, ਮੇਰੇ ਨੈਣ ਨਕਸ਼ ਨਹੀਂ ਸੋਹਣੇ, ਮੇਰਾ ਰੰਗ ਕਾਲਾ ਹੈ, ਕੋਈ ਗੱਲ ਨਹੀਂ ਦੇਖੀ ਉਹਨੇ। ਪ੍ਰੇਮ ਗਇਓ ਮੋਹੇ ਹਰ ਰੰਗ ਭੀ, ਮੈਨੂੰ ਪ੍ਰੇਮ ਦੇ ਰੰਗਾਂ ਵਿੱਚ ਰੰਗ ਦਿੱਤਾ। ਜੇ ਉਹ ਦੇਖਦਾ ਇਹ ਗੱਲਾਂ ਨੂੰ, ਰੂਪ ਨੂੰ, ਅਨੁਰੂਪ ਨੂੰ, ਤਾਂ ਫਿਰ ਉਹ ਕਰ ਨਹੀਂ ਸੀ ਸਕਦਾ। ਇਸ ਕਰਕੇ ਇਹ ਜਿਹੜੀ ਗੱਲ ਹੈ ਨਾ, ਇਹ ਗੁਣ ਰੱਬ ਦਾ ਹੈ ਕਿ ਉਹ ਰੂਪ ਨਹੀਂ ਦੇਖਦਾ, ਉਹ ਜਾਤ ਨਹੀਂ ਦੇਖਦਾ, ਉਹ ਪਾਤ ਨਹੀਂ ਦੇਖਦਾ, ਉਹ ਲਿਬਾਸ ਨਹੀਂ ਦੇਖਦਾ, ਕਿਰਪਾ ਕਰਦਾ ਹੈ। ਬੰਦੇ 'ਚ ਹਜੇ ਗੁਣ ਨਹੀਂ ਆਇਆ, ਬੰਦੇ ਵਿੱਚ ਅਗਿਆਨਤਾ ਬਾਹਲੀ ਆ, ਬੰਦੇ ਵਿੱਚ ਭਰਮ ਵਾਲੇ ਨੇ, ਬੰਦੇ ਦੇ ਵਿੱਚ ਈਰਖਾ ਵਾਲੀ ਆ, ਸਾੜੇ ਵਾਲੇ ਨੇ। ਇਹ ਗੁਣ ਗੁਰੂ ਤੋਂ ਲੈਣ ਵਾਲਾ ਹੈ। ਰੂਪ ਅਨੁਰੂਪ ਮੇਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਏ ਹਰ ਰੰਗ ਭੀਨ। ਜ਼ਰੂਰੀ ਨਹੀਂ ਹੁੰਦਾ ਸੋਹਣੇ ਬੰਦੇ ਚੰਗੇ ਹੋਣ, ਤੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਚੰਗੇ ਬੰਦੇ ਸੋਹਣੇ ਹੋਣ। ਜ਼ਰੂਰੀ ਨਹੀਂ ਹੁੰਦਾ ਲੰਮੇ ਬੰਦੇ ਉੱਚੇ ਹੋਣ, ਤੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਉੱਚੇ ਬੰਦੇ ਲੰਮੇ ਹੋਣ। ਇੱਦਾਂ ਨਹੀਂ ਹੁੰਦਾ ਵੀ ਉਹਨਾਂ। ਤਾਂ ਕਰਕੇ ਕਿਹਾ ਜਾਂਦਾ ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਸੇਈ ਸੁੰਦਰ ਸੋਹਣੇ। ਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ, ਮੇਰਾ ਰੂਪ ਨਹੀਂ ਦੇਖਿਆ, ਮੇਰਾ ਰੰਗ ਨਹੀਂ ਦੇਖਿਆ, ਮੇਰੀ ਜਾਤ ਨਹੀਂ ਦੇਖੀ। ਕਿੱਡਾ ਵੱਡਾ ਗੁਣ ਹੈ ਇਹ। ਸੁਕਰਾਤ ਜੀ ਹੋਏ, ਇੱਕ ਯੂਨਾਨ ਦੇ ਵਿੱਚ ਪ੍ਰਸਿੱਧ ਫਿਲਾਸਫਰ ਹੋਏ, ਸਰਕਾਰਾਂ ਨੇ ਉਹਨਾਂ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਰਵਾ ਦਿੱਤਾ। ਸੱਚ ਜਰਿਆ ਨਹੀਂ ਸੀ ਜਾਂਦਾ, ਐਸਾ ਸੱਚ ਬੋਲਦੇ ਸੀ। ਉਹਨਾਂ ਦੀ ਜਿਹੜੀ ਪਤਨੀ ਸੀ, ਨਾਂ ਸੀ ਜਿਨਥਿੱਪੇ, ਉਹਦਾ ਜਿਨਥਿੱਪੇ ਨਾਮ ਸੀ। ਇਤਿਹਾਸਕਾਰ ਕਹਿੰਦੇ ਨੇ ਕਿ ਰੰਗ ਰੂਪ ਕਰਕੇ ਬੜੀ ਸੁੰਦਰ ਸੀ ਉਹ, ਬਹੁਤ ਜ਼ਿਆਦਾ। ਪਰਮਾਤਮਾ ਨੇ ਉਹਨੂੰ ਹੁਸਨ ਦਿੱਤਾ ਸੀ, ਪਰ ਉਹ ਅੰਦਰੋਂ ਕੋਝੀ ਸੀ। ਗੁਣ ਨਹੀਂ ਸੀ ਉਹਦੇ ਵਿੱਚ, ਗੁੱਸਾ ਬਹੁਤ ਕਰਦੀ ਸੀ, ਕ੍ਰੋਧ ਬਹੁਤ ਕਰਦੀ ਸੀ। ਸੁਕਰਾਤ ਸੋਹਣਾ ਨਹੀਂ ਸੀ, ਸੁਕਰਾਤ ਕੋਝਾ ਸੀ। ਵਿਦਵਾਨ ਕਹਿੰਦੇ ਨੇ ਦੁਨੀਆ ਦੇ ਸਾਰੇ ਕੁਰੂਪ ਬੰਦੇ ਇਕੱਠੇ ਕਰ ਲਓ ਤੇ ਇੱਕ ਸੁਕਰਾਤ ਬਣੇਗਾ। ਜੇ ਤੁਸੀਂ ਇਹਦਾ ਰੂਪ ਹੀ ਦੇਖਣਾ, ਰੰਗ ਹੀ ਦੇਖਣਾ, ਦੁਨੀਆ ਦੇ ਸਾਰੇ ਕੁਰੂਪ ਬੰਦੇ ਇਕੱਠੇ ਕਰੋ ਤੇ ਜਿਹੜੇ ਸੋਹਣੇ ਨਹੀਂ ਹੁੰਦੇ। ਕੁਰੂਪ ਦਾ ਮਤਲਬ ਉਹ ਬੰਦਾ ਜਿਹਦੇ ਨੈਣ ਨਕਸ਼ ਨਹੀਂ ਸੋਹਣੇ, ਜਿਹਦਾ ਰੰਗ ਨਹੀਂ ਸੋਹਣਾ। ਦੁਨੀਆ ਦੇ ਸਾਰੇ ਕੁਰੂਪ ਬੰਦੇ ਇਕੱਠੇ ਕਰੋ ਤੇ ਇੱਕ ਸੁਕਰਾਤ ਬਣਦਾ। ਪਰ ਸੁਕਰਾਤ ਜਿੰਨਾ ਅੰਦਰੋਂ ਸੋਹਣਾ ਹੈ, ਉਹਦੇ ਕੋਲ ਜਿੰਨਾ ਗਿਆਨ ਆ, ਵੱਡੇ ਵੱਡੇ ਵਿਦਵਾਨ ਫਿਲਾਸਫਰ ਉਹਦੇ ਅੱਗੇ ਝੁਕਦੇ ਨੇ। ਉਹਦੀ ਪਤਨੀ ਜਿਨਥਿੱਪੇ ਬੜੀ ਸੋਹਣੀ ਆ, ਪਰ ਉਹਦਾ ਸੁਭਾਅ ਨਹੀਂ ਸੋਹਣਾ। ਇੱਕ ਦਿਨ ਇਹ ਖੋਜ ਕਰ ਰਿਹਾ ਸੀ ਕੋਈ, ਘਰ ਵਿੱਚ ਦੋਸਤ ਮਿੱਤਰ ਆਏ ਹੋਏ ਸੀ
ਤੇ ਉਹ ਬੜੀ ਗੁੱਸੇ ਵਾਲੀ ਸੀ। ਕਹਿੰਦੀ ਹੁੰਦੀ ਸੀ, ਤੂੰ ਆਪਦੀਆਂ ਖੋਜਾਂ 'ਚ ਲੱਗਾ ਰਹਿਣਾ, ਇਵੇਂ ਕਰਦਾ ਤੇਰੇ ਕੋਲ ਕੋਈ ਨਾ ਕੋਈ ਆਇਆ ਹੀ ਰਹਿੰਦਾ, ਜਾਂ ਇਕੱਲਾ ਵਿਅਸਤ ਰਹਿਣਾ ਤੂੰ। ਤਾਂ ਧੋਣ ਸੀ ਨਾ, ਇੱਕ ਪ੍ਰਾਂਤ ਧੋ ਰਹੀ ਸੀ ਆਟੇ ਵਾਲਾ, ਸਾਰਾ ਚੱਕ ਕੇ ਸੁਕਰਾਤ ਦੇ ਸਿਰ 'ਚ ਪਾਤਾ ਇਹਨੇ ਲਿਆ ਕੇ। ਉਹ ਮੈਲਾ ਪਾਣੀ ਸੁਕਰਾਤ ਦੇ ਸਿਰ 'ਚ ਪਾਇਆ ਤੇ ਹੱਸ ਕੇ ਇਹਨੇ ਆਖਿਆ ਸੀ, ਕਹਿੰਦਾ ਮੈਂ ਸੁਣਿਆ ਸੀ ਜਿਹੜੇ ਗਰਜਦੇ ਨੇ ਉਹ ਵਰਦੇ ਨਹੀਂ ਹੁੰਦੇ ਬੱਦਲ, ਪਰ ਤੂੰ ਤਾਂ ਅੱਜ ਵਰ ਗਈ ਆ। ਤੇ ਉਹਦੇ ਦੋਸਤ ਕਹਿੰਦੇ ਸੀ, ਸੁਕਰਾਤ ਤੂੰ ਇੰਨੀ ਸ਼ਾਂਤੀ ਤੇਰੇ ਅੰਦਰ, ਇਹਦੇ ਨਾਲ ਕੱਟੀ ਕਿਵੇਂ ਜਾਣਾ ਦਿਨ ਆਪਦੀ ਪਤਨੀ ਨਾਲ। ਆਖਦਾ ਸੀ ਇਹ ਮੇਰੀ ਕਸਵੱਟੀ ਆ, ਇਹਦੇ ਕਰਕੇ ਮੈਨੂੰ ਪਤਾ ਲੱਗਦਾ ਕਿ ਮੇਰੇ ਅੰਦਰੋਂ ਕੱਟੇ ਗਏ ਆ ਕਿ ਨਹੀਂ, ਗੁੱਸਾ ਖੋ ਗਿਆ ਕਿ ਨਹੀਂ, ਹੰਕਾਰ ਖੋ ਗਿਆ ਕਿ ਨਹੀਂ। ਇੱਥੇ ਮਹਾਰਾਜ ਨੇ ਆਖਿਆ ਹੈ, ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਆ, ਮੇਰੇ ਪੰਜੇ ਕੱਟ ਦਿੱਤੇ, ਪੰਜ ਦੋਖ ਅਰ ਅਹੰਗ ਰੋਗੇ, ਤਨ ਤੇ ਸਗਲ ਦੂਰ ਕੀ। ਸੁਕਰਾਤ ਦੇ ਦੂਰ ਹੋ ਗਏ। ਕਹਿੰਦਾ ਸੀ ਦੋਸਤਾਂ ਨੂੰ, ਇਹਦੇ ਕਰਕੇ ਤਾਂ ਮੈਨੂੰ ਪਤਾ ਲੱਗਦਾ ਮੈਂ ਕਿੱਥੇ ਸਟੈਂਡ ਕਰਦਾ। ਹਜੇ ਕਿਹਾ ਜਾਂਦਾ ਵੀ ਜੇ ਤੁਸੀਂ ਕੁਝ ਬੋਲਦੇ ਹੋ ਦੋਸਤਾਂ ਵਿੱਚ ਤਾਂ ਤੁਸੀਂ ਓਨਾ ਕੀ ਬੋਲੋਗੇ ਜਿੰਨਾ ਤੁਸੀਂ ਜਾਣਦੇ ਹੋ। ਜੇ ਤੁਸੀਂ ਕਿਸੇ ਨੂੰ ਸੁਣਦੇ ਹੋ ਤਾਂ ਤੁਸੀਂ ਕੁਝ ਨਵਾਂ ਸਿੱਖ ਲਵੋਗੇ। ਇਹਦੇ ਕਰਕੇ ਤਾਂ ਮੈਂ ਨਵਾਂ ਸਿੱਖਦਾ, ਇਹਦੇ ਕਰਕੇ ਮੈਨੂੰ ਪਤਾ ਲੱਗਦਾ ਵੀ ਵਾਕਈ ਮੇਰੇ ਅੰਦਰ ਗੁੱਸਾ ਹੈ ਕਿ ਨਹੀਂ। ਇਹ ਵਰਦੀ ਹੈ ਬੱਦਲਾਂ ਦੇ ਵਾਂਗ, ਉਦੋਂ ਮੇਰਾ ਸਬਰ ਦਾ ਇਮਤਿਹਾਨ ਹੁੰਦਾ ਤੇ ਇਵੇਂ ਜ਼ਿੰਦਗੀ ਸਾਡੀ ਲੰਘੀ ਜਾਂਦੀ ਆ। ਇਸ ਕਰਕੇ ਰੂਪ ਅਨੁਰੂਪ ਮੇਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਏ ਹਰ ਰੰਗ ਭੀਨ। ਗੁਰੂ ਤੂੰ ਮੇਰਾ ਰੂਪ ਨਹੀਂ ਵਿਚਾਰਿਆ, ਰੰਗ ਮੇਰਾ ਕਾਲਾ ਹੈ, ਕੁਰੂਪ ਆ। ਮੇਰੋ ਕਛ ਨਾ ਵਿਚਾਰਿਓ, ਮੇਰੀ ਜਾਤ ਨਹੀਂ ਵਿਚਾਰੀ, ਕਿਛ ਰੂਪ ਨਹੀਂ ਕਿ ਕਿਉਂਕਿ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਨਾ ਤਾਂ ਮੇਰਾ ਰੂਪ ਕੋਈ ਬਾਹਲਾ ਸੋਹਣਾ ਹੈ, ਨਾ ਕੋਈ ਜਾਤੀ ਮੇਰੀ ਉੱਚੀ ਆ, ਤੇ ਨਾ ਹੀ ਮੈਨੂੰ ਢੰਗ ਆਉਂਦਾ ਬੰਦਗੀ ਕਰਨ ਦਾ। ਕਿਆ ਮੋਹ ਲੈ ਬੋਲੇ ਗੁਣ ਵਿਹੂਣ, ਨਾਮ ਜਪਿਆ ਨਾ ਤੇਰਾ। ਮੈਂ ਕੀ ਮੂੰਹ ਲੈ ਕੇ ਤੇਰੇ ਅੱਗੇ ਆਵਾਂ, ਤੇਰਾ ਨਾਮ ਨਹੀਂ ਜਪਿਆ। ਪਰ ਤੂੰ ਰੂਪ ਅਨੁਰੂਪ ਮੇਰੋ ਕਛ ਨਾ ਵਿਚਾਰਿਓ, ਪ੍ਰੇਮ ਗਇਓ ਮੋਹੇ ਹਰ ਰੰਗ ਭੀਨ। ਤੂੰ ਮੇਰਾ ਰੂਪ ਨਹੀਂ ਵਿਚਾਰਿਆ, ਤੂੰ ਮੈਨੂੰ ਇਹ ਨਹੀਂ ਦੇਖਿਆ ਵੀ ਨੈਣ ਨਕਸ਼ੇ ਦੇ ਸੋਹਣੇ ਨਹੀਂ ਬਸ ਗਲ ਨਾਲ ਲਾ ਲਿਆ। ਇਹ ਦੁਨੀਆ ਵਿੱਚ ਬਹੁਤ ਵੱਡੀ ਕਮੀ ਦੇਖਣ ਨੂੰ ਮਿਲਦੀ ਆ। ਉਹ ਸੁੰਦਰ ਬੰਦੇ ਨੂੰ ਅਹਿਮੀਅਤ ਜ਼ਿਆਦਾ ਦਿੰਦੇ ਨੇ, ਨੈਣ ਨਕਸ਼ ਕਰਕੇ ਜੋ ਸੁੰਦਰ ਹੋਵੇ, ਜੋ ਕੁਰੂਪ ਹੋਵੇ, ਉਹਦੇ ਨਾਲ ਨਫ਼ਰਤ ਕਰਦੇ ਲੋਕ ਦੇਖੇ ਗਏ ਨੇ। ਪਰ ਇਹ ਗੁਰੂ ਵਾਲਾ ਸੁਭਾਅ ਨਹੀਂ। ਪੇਖਿਓ ਲਾਲਨ ਪਾਟ ਬੀਚ ਖੋਏ, ਆਨੰਦ ਚਿੱਤਾ ਹਰਖੇ ਪਥੀਨ। ਤਿਸਹੀ ਕੋ ਗ੍ਰੇ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸਹੀ ਕੋ ਦੀਨ। ਹੁਣ ਮੇਰਾ ਸਰੀਰ ਜਿਹੜਾ ਉਹਦਾ ਘਰ ਬਣ ਗਿਆ, ਹੁਣ ਇਹ ਸਰੀਰ ਹਰੀ ਦਾ ਮੰਦਰ ਬਣ ਗਿਆ। ਸੀ ਪਹਿਲਾਂ ਹੀ, ਪਰ ਮੈਨੂੰ ਗਿਆਨ ਨਹੀਂ ਸੀ ਤਾਂ ਪਹਿਲਾਂ ਹੀ ਹਰੀ ਦਾ ਮੰਦਰ, ਪਰ ਮੈਨੂੰ ਸਮਝ ਨਹੀਂ ਸੀ ਇਹਦੀ। ਸੀ ਪਹਿਲਾਂ ਹੀ ਇਹ ਮਸਜਿਦ, ਪਰ ਮੈਨੂੰ ਗਿਆਨ ਨਹੀਂ ਸੀ। ਜਿਵੇਂ ਬੰਦੇ ਦੇ ਘਰ ਵਿੱਚ ਹਾਰਮੋਨੀਅਮ ਪਿਆ ਹੋਵੇ, ਤਬਲਾ ਪਿਆ ਹੋਵੇ, ਪਰ ਜਿੰਨਾ ਸਮਾਂ ਉਹਨੂੰ ਗਿਆਨ ਹੀ ਨਹੀਂ ਉਹਨੂੰ ਵਜਾਉਣ ਦਾ, ਉਹ ਹਾਰਮੋਨੀਅਮ ਤੋਂ ਲਾਭ ਨਹੀਂ ਲੈ ਸਕਦਾ, ਉਸ ਧੁਨਾਂ ਦਾ ਆਨੰਦ ਨਹੀਂ ਮਾਣ ਸਕਦਾ, ਤਬਲੇ 'ਚੋਂ ਸੰਗੀਤ ਨਹੀਂ ਕੱਢ ਸਕਦਾ। ਖੜਕਾ ਤਾਂ ਕਰ ਦੇਗਾ ਹੱਥ ਮਾਰ ਕੇ, ਪਰ ਸੰਗੀਤ ਨਹੀਂ ਪੈਦਾ ਹੋ ਸਕਦਾ। ਇਹ ਸਰੀਰ ਸਾਜ਼ ਸੀ, ਇਹਨੂੰ ਵਜਾ ਕੇ ਕਿਵੇਂ ਕੱਢਣੇ ਆ ਅੰਦਰੋਂ ਰਾਗ, ਇਹ ਮੈਨੂੰ ਗੁਰੂ ਨੇ ਦੱਸਿਆ। ਸੀਏ ਪਹਿਲਾਂ ਹੀ ਸਾਜ਼, ਸੀਏ ਤਾਂਤੀ ਸਾਜ਼, ਵਜਾਉਣਾ ਨਹੀਂ ਸੀ ਹੁੰਦਾ। ਮਹਾਂਪੁਰਸ਼ਾਂ ਨੇ ਇੱਕ ਗਾਥਾ ਲਿਖੀ ਆ ਬੜੀ ਪਿਆਰੀ। ਇੱਕ ਕੋਈ ਸੱਜਣ ਸੀ ਤੇ ਉਹਨਾਂ ਦੇ ਪਾਸ ਚੱਲ ਕੇ ਆ ਗਿਆ, ਰੱਬ ਦੇ ਪਿਆਰਿਆਂ ਦੇ ਪਾਸ। ਸੰਨਿਆਸੀ ਸਾਧੂ ਸਨ ਕੋਈ। ਕਹਿੰਦਾ ਜੀ ਮੈਂ ਵੀ ਸੰਨਿਆਸੀ ਬਣਨਾ। ਉਹਨਾਂ ਆਖਿਆ ਸੀ ਬਣਨਾ ਕਿ ਦਿਖਣਾ, ਸਾਧੂ ਬਣਨਾ ਕਿ ਦਿਖਣਾ। ਕਹਿੰਦਾ ਜੀ ਇਹਨਾਂ ਗੱਲਾਂ 'ਚ ਕੀ ਫਰਕ ਹੁੰਦਾ? ਕਹਿੰਦੇ ਜ਼ਮੀਨ ਤੇ ਅਸਮਾਨ 'ਚ ਜਿੰਨਾ ਫਰਕ ਆ ਓਨਾ ਹੀ ਹੁੰਦਾ, ਓਨਾ ਹੀ ਫਰਕ ਹੁੰਦਾ। ਸਾਧੂ ਬਣਨਾ
ਤੇ ਬਹੁਤ ਸਮਾਂ ਲੱਗ ਜੂਗਾ। ਜੇ ਤਾਂ ਸਾਧੂ ਦਿਖਣਾ ਫਿਰ ਕੋਈ ਸਮਾਂ ਨਹੀਂ, ਫਿਰ ਤਾਂ ਲਿਆ ਹੁਣੇ ਹੀ ਤੇਰੇ ਬਾਣਾ ਇਹ ਚੋਲਾ ਫਕੀਰੀ ਵਾਲਾ ਪਾ ਦਿੰਨੇ ਆ, ਗੇਰੂ ਰੰਗ ਦੇ ਕੱਪੜੇ ਤੇ ਤੂੰ ਸਾਧੂ ਬਣ ਜਾਏਗਾ, ਦਿਖਣ ਲੱਗ ਜਾਏਗਾ। ਪਰ ਸਾਧੂ ਹੋਣਾ ਬੜਾ ਔਖਾ, ਸਾਧੂ ਬਣਨਾ ਬੜਾ ਸੌਖਾ। ਹੱਥ ਜੋੜੇ ਨੇ, ਕਹਿੰਦਾ ਨਹੀਂ ਮੈਂ ਸਾਧੂ ਦਿਖਣਾ ਨਹੀਂ ਤੇ ਮੈਂ ਤਾਂ ਸਾਧੂ ਹੋਣਾ ਵਾ। ਕਹਿੰਦੇ ਠੀਕ ਆ, ਫਿਰ ਆ ਜਿਹੜਾ ਲੰਗਰ ਹੈ ਨਾ, ਜਿੱਥੇ ਪ੍ਰਸ਼ਾਦਾ ਬਣਦਾ ਸੀ ਉਹਨਾਂ ਦੇ ਉੱਥੇ ਆਸ਼ਰਮ 'ਚ, ਕਹਿੰਦੇ ਉੱਥੇ ਚਲਿਆ ਜਾ ਤੇ ਚੌਲ ਕੁੱਟਣ ਦੀ ਸੇਵਾ ਕਰਿਆ ਕਰ। ਉੱਥੇ ਚੌਲਾਂ ਨੂੰ ਪਾ ਕੇ ਔਖਲੀ ਦੇ ਵਿੱਚ ਤੇ ਕੁੱਟਿਆ ਜਾਂਦਾ ਸੀ ਤੇ ਕਿਹਾ ਜਾਂਦਾ ਉਹ 20 ਸਾਲ ਐਵੇਂ ਕਰਦਾ ਰਿਹਾ, ਕਿਉਂਕਿ ਉਹਨਾਂ ਆਖਿਆ ਸੀ ਜਦੋਂ ਤੱਕ ਅਸੀਂ ਬੁਲਾਈਏ ਨਾ ਤੇ ਆਈ ਨਾ, ਇੱਥੇ ਨਹੀਂ ਤੂੰ ਆਉਣਾ ਜਦੋਂ ਤੱਕ ਅਸੀਂ ਤੈਨੂੰ ਬੁਲਾਉਂਦੇ ਨਹੀਂ। ਚਲਿਆ ਗਿਆ 20 ਸਾਲ ਲੰਗਰ ਦੇ ਵਿੱਚ ਚੌਲ ਕੁੱਟਣ ਦੀ ਸੇਵਾ ਕਰਦਾ ਰਿਹਾ। ਤੇ ਇਹ ਜਿਹੜੇ ਸੰਤ ਸੀ, ਮਹਾਤਮਾ ਸਨ, ਸਮਾਂ ਬੀਤਿਆ, ਇਹਨਾਂ ਨੇ ਕੀ ਕੀਤਾ, ਇਹਨਾਂ ਆਖਿਆ ਅਸੀਂ ਆਪਦਾ ਉੱਤਰ ਅਧਿਕਾਰੀ ਚੁਣਨਾ ਚਾਹੁੰਦੇ ਹਾਂ। ਆਸ਼ਰਮ ਦਾ ਅੱਗੇ ਕੌਣ ਸਾਂਭ ਸੰਭਾਲ ਕਰੇਗਾ ਉਹਦੀ, ਇਉਂ ਕਰੋ ਸਵੇਰੇ ਜਿਹੜਾ ਕੰਧ ਦੇ ਉੱਪਰ ਗਿਆਨ ਦੀ ਗੱਲ ਲਿਖੇਗਾ ਉਹਨੂੰ ਅਸੀਂ ਆਪਦਾ ਉੱਤਰ ਅਧਿਕਾਰੀ ਚੁਣਾਂਗੇ। ਸਵੇਰੇ ਕੋਈ ਇਨਸਾਨ ਆਇਆ, ਉਹਨੇ ਕੰਧ ਤੇ ਲਿਖ ਦਿੱਤਾ ਮਨ ਇੱਕ ਸ਼ੀਸ਼ਾ ਹੈ, ਸ਼ੀਸ਼ੇ ਤੇ ਜੰਮੀ ਧੂੜ ਆ, ਧੂੜ ਨੂੰ ਸਾਫ਼ ਕਰੋ ਤੇ ਧਰਮ ਪ੍ਰਗਟ ਹੋ ਜਾਏਗਾ। ਮਨ ਇੱਕ ਸ਼ੀਸ਼ਾ ਹੈ, ਦਰਪਣ ਆ। ਮਹਾਰਾਜ ਦੀ ਬਾਣੀ ਕਹਿੰਦੀ ਇਹ ਮਨ ਆਰਸੀ, ਆਰਸੀ ਵੀ ਸ਼ੀਸ਼ੇ ਨੂੰ ਕਹਿੰਦੇ ਆ ਫਾਰਸੀ 'ਚ। ਇਹ ਸ਼ੀਸ਼ਾ ਹੈ, ਕੋਈ ਗੁਰਮੁਖ ਨੂੰ ਵੇਂਦਾ ਹੈ, ਉੱਤੇ ਧੂੜ ਜੰਮੀ ਹੋਈ ਆ, ਉਹਨੂੰ ਕੋਈ ਸਾਫ਼ ਕਰੇ ਤੇ ਫਿਰ ਧਰਮ ਪ੍ਰਗਟ ਹੋ ਜਾਂਦਾ। ਇੱਦਾਂ ਕੰਧ ਤੇ ਲਿਖਿਆ। ਇਹ ਸੰਤ ਕਹਿੰਦੇ ਇਉਂ ਕਰੋ, ਉਹ ਬੰਦੇ ਨੂੰ ਫੜ ਕੇ ਲਿਆਓ ਜਿਹਨੇ ਇਹ ਲਿਖਿਆ, ਕਿਉਂਕਿ ਉਹਦਾ ਆਪ ਦਾ ਗਿਆਨ ਨਹੀਂ, ਇਹ ਤਾਂ ਸੁਣੀ ਸੁਣਾਈ ਗੱਲ ਲਿਖ ਗਿਆ, ਕੋਈ ਕਿਸੇ ਨੇ ਉਹੀ ਲਿਖ ਦਿੱਤੀ ਪੜ੍ਹ ਕੇ ਸੁਣ ਕੇ। ਆਮ ਇੱਦਾਂ ਹੁੰਦਾ, ਜੀਵਨ ਦੇ ਅਨੁਭਵ 'ਚੋਂ ਗੱਲਾਂ ਆਪਾਂ ਬੜੀਆਂ ਥੋੜ੍ਹੀਆਂ ਕਹਿੰਦੇ ਹਾਂ, ਇੱਧਰੋਂ ਉੱਧਰੋਂ ਸੁਣ ਕੇ ਬੰਦਾ ਜ਼ਿਆਦਾ ਕਹਿੰਦਾ। ਕਹਿੰਦੇ ਨਹੀਂ, ਇਹ ਸਹੀ ਨਹੀਂ ਚੀਜ਼। ਜਿਹੜੇ ਬੰਦੇ ਨੇ ਲਿਖੀ ਆ ਉਹਦੀ ਆਪ ਕਮਾਈ ਨਹੀਂ ਇਹਦੇ ਤੇ। ਮਨ ਇੱਕ ਸ਼ੀਸ਼ਾ ਹੈ, ਉੱਤੇ ਧੂੜ ਜੰਮੀ ਆ, ਉਹਨੂੰ ਸਾਫ਼ ਕਰ ਦਿਓ, ਧਰਮ ਪ੍ਰਗਟ ਹੋ ਜਾਏਗਾ। ਨਹੀਂ ਤਾਂ ਉਹ ਚੇਲੇ ਜਾ ਰਹੇ ਸਨ, ਲੰਘੇ ਜਾ ਰਹੇ ਸਨ। ਕਹਿੰਦੇ ਕੌਣ ਆ ਫਿਰ ਜਿਹੜਾ ਉਹ ਕੰਧ ਤੇ ਲਿਖੇਗਾ ਇਹੋ ਜਿਹਾ ਕੁਝ। ਤਾਂ ਇਹ ਚੌਲ ਕੁੱਟ ਰਿਹਾ ਸੀ। ਕਹਿੰਦਾ ਮੈਂ ਦੱਸ ਸਕਦਾ ਪਰ ਮੈਂ ਲਿਖਣਾ ਨਹੀਂ, ਲਿਖ ਤੁਸੀਂ ਦਿਓ। ਉਹ ਕਹਿੰਦੇ ਹਾਂ ਦੱਸ ਕੀ ਲਿਖੀਏ, ਤੂੰ ਚੌਲ ਕੁੱਟਣ ਵਾਲਾ ਸਾਨੂੰ ਕੀ ਦੱਸ ਦੇਗਾ। ਉਹਨਾਂ ਨੂੰ ਲੱਗਾ, ਪਰ ਚੌਲ ਕੁੱਟ ਕੇ ਲੰਗਰ ਦੇ ਵਿੱਚ ਉਹਨਾਂ ਦੀ ਸਾਫ਼ ਸਫਾਈ ਕਰਕੇ ਇਹ 'ਚ ਸਬਰ ਆ ਗਿਆ ਸੀ। ਕਹਿਣ ਲੱਗਾ ਇਉਂ ਲਿਖੋ ਜੇ ਲਿਖਣਾ ਤਾਂ, ਨਾ ਕੋਈ ਮਨ ਹੈ ਤੇ ਨਾ ਕੋਈ ਜੰਮੀ ਹੋਈ ਧੂੜ ਹੈ ਤੇ ਨਾ ਹੀ ਕਿਸੇ ਨੂੰ ਸਾਫ਼ ਕਰਨ ਦੀ ਲੋੜ ਹੈ। ਕੋਈ ਹੈ ਹੀ ਨਹੀਂ ਕੁਝ, ਨਾ ਕੋਈ ਵਿਕਾਰ ਨੇ, ਨਾ ਕੋਈ ਜੰਮੀ ਹੋਈ ਧੂੜ ਆ, ਤੇ ਸਾਫ਼ ਕਰਨ ਦੀ ਕੀ ਲੋੜ ਆ। ਇਉਂ ਲਿਖੋ, ਕਹਿੰਦਾ ਜੀ ਲਿਖਣਾ। ਉਹਨਾਂ ਲਿਖ ਦਿੱਤਾ ਤੇ ਸੰਤਾਂ ਨੇ ਜਾਣ ਲਿਆ। ਕਹਿੰਦੇ ਇਹ ਕਿਹਨੇ ਲਿਖਿਆ, ਲੈ ਕੇ ਆਓ ਉਹਨੂੰ। ਤੇ ਲੱਭ ਲਿਆ ਉਹਨੂੰ। ਚੌਲਾਂ ਕੁੱਟਦੇ ਨੂੰ ਕੋਲ ਆ ਗਏ। ਉੱਥੇ ਔਖਲੀ ਦੇ ਵਿੱਚ ਚੌਲ ਕੁੱਟ ਰਿਹਾ ਸੀ। ਕਹਿੰਦੇ ਇਹ ਤੂੰ ਲਿਖਿਆ ਨਾ, ਤੇ ਤੂੰ ਹੀ ਹੁਣ ਉੱਤਰ ਅਧਿਕਾਰੀ ਬਣੇਗਾ। ਕਾਰਨ ਕੀ ਆ, ਤੂੰ ਅੱਗੇ ਲੰਘ ਗਿਆ ਹੈ, ਤੂੰ ਅਵਸਥਾ ਤੇਰੀ ਉਦੋਂ ਵੀ ਉੱਪਰ ਹੋ ਗਈ ਆ। ਇਹ ਕਹਿੰਦੇ ਨੇ, ਸੁਣਦੇ ਨੇ, ਪੜ੍ਹਦੇ ਨੇ, ਪਰ ਤੂੰ ਕਮਾ ਲੀਆਂ ਨੇ ਗੱਲਾਂ। ਤੇਰੇ ਵਿੱਚ ਉਹ ਗੁਣ ਆ ਗਏ ਜਿਹੜੇ ਮੈਂ ਇਹਨਾਂ ਨੂੰ ਦੱਸਦਾ ਹੁੰਦਾ ਸੀ। ਵਾਕਈ ਤੂੰ ਹੀ ਯੋਗ ਆ ਅੱਗੇ ਇਹ ਆਸ਼ਰਮ ਨੂੰ ਸੰਭਾਲਣ ਤੇ। ਬਿਲਕੁਲ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ, ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤੇ। ਕਹਿੰਦੇ ਦੁੱਖ ਤਾਂ ਹੈ ਹੀ ਨਹੀਂ, ਸੁੱਖ ਹੀ ਆ। ਕੁਝ ਬੁਰਾ ਹੈ ਹੀ ਨਹੀਂ, ਭਲਾ ਹੀ ਆ। ਹਾਰ ਹੈ ਹੀ ਨਹੀਂ, ਜਿੱਤ ਹੀ ਆ। ਇਹ ਅਵਸਥਾ ਉਦੋਂ ਉੱਪਰ ਲੰਘ ਜਾਂਦੀ ਆ। ਪਹਿਲਾਂ ਵਾਲੀ ਅਵਸਥਾ ਹੁੰਦੀ ਆ, ਮੈਂ ਜੀ ਦੁਖੀ ਹਾਂ, ਮੇਰੇ ਅੰਦਰ ਮਨ ਟਿਕਣ ਨਹੀਂ ਦਿੰਦਾ, ਮੈਨੂੰ ਮੇਰੇ ਅੰਦਰ ਪਾਪ ਮੈਨੂੰ ਟਿਕਣ ਨਹੀਂ ਦਿੰਦੇ, ਬੋਝ ਬਣ ਰਿਹਾ, ਮੈਂ ਪਰੇਸ਼ਾਨ ਹੋ ਜਾਣਾ, ਚਿੰਤਾ ਹੁੰਦੀ ਆ। ਪਹਿਲੀ ਪੌੜੀ ਤਾਂ ਇਹਨੂੰ ਸਾਫ਼ ਕਰਨ ਦੀ ਆ। ਜਿਹੜੇ ਇਦੋਂ ਅੱਗੇ ਲੰਘ ਗਏ ਉਹ ਕਹਿੰਦੇ ਮਾਣੀ ਹੈ ਨਹੀਂ, ਮਾਣੀ ਗਵਾਚ ਗਿਆ ਸਾਡਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਨਹੀਂ ਹੈਗਾ। ਇੱਦਾਂ ਵੀ ਹੁਣ ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਨੇ
ਕਹਿੰਦੇ ਜਿਹੜਾ ਮਨ ਆ ਨਾ, ਤੁਸੀਂ ਜਦੋਂ ਉਹਨੂੰ ਧਿਆਨ ਨਾਲ ਦੇਖੋਗੇ, ਉਹ ਤੁਹਾਡੀਆਂ ਮੰਗਾਂ ਦਾ ਜੋੜ ਆ। ਦੇ ਹੋਰ ਦੇ, ਇਹਨਾਂ ਸਾਰੀਆਂ ਮੰਗਾਂ ਦੇ ਜੋੜ ਨੂੰ ਮਨ ਕਹਿੰਦੇ ਨੇ। ਜੇ ਤੁਹਾਨੂੰ ਇਹੋ ਜਿਹਾ ਬੰਦਾ ਮਿਲ ਪਵੇ ਜਿਹੜਾ ਬਹੁਤ ਸ਼ਾਂਤ ਆ, ਬੜਾ ਧੀਰਜ ਵਾਲਾ ਹੈ, ਤਾਂ ਧਿਆਨ ਨਾਲ ਵੇਖਿਓ ਉਹਦੇ ਕੋਲ ਮਨ ਹੋਣਾ ਹੀ ਨਹੀਂ। ਉਹ ਤਾਂ ਇੰਨਾ ਸ਼ਾਂਤ ਆ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਜਿਹਦੇ ਕੋਲ ਹਜੇ ਮਨ ਆ, ਉਹਦੇ ਕੋਲ ਤਾਂ ਚਿੰਤਾ ਵੀ ਹੋਊਗੀ, ਉਹਦੇ ਕੋਲ ਤਾਂ ਸੋਗ ਵੀ ਹੋਣਗੇ, ਉਹਦੇ ਕੋਲ ਉਦਾਸੀ ਵੀ ਹੋਊਗੀ ਆਪਦੇ ਗਮਾਂ ਦੀ, ਉਹਦੇ ਕੋਲ ਰੋਣੇ ਧੋਣੇ ਵੀ ਹੋਣਗੇ। ਪਰ ਜਿਹਦੇ ਕੋਲ ਮਨ ਹੀ ਨਹੀਂ ਹੈਗਾ ਤਾਂ ਉਹਦੇ ਕੋਲ ਧੂੜ ਵੀ ਨਹੀਂ ਹੋਣੀ। ਜਿਹਦੇ ਕੋਲ ਸ਼ੀਸ਼ਾ ਹੀ ਨਹੀਂ, ਉਹਦੇ ਕੋਲ ਧੂੜ ਵੀ ਨਹੀਂ ਹੋਣੀ। ਧੂੜ ਨੂੰ ਸਾਫ਼ ਕਰਨ ਦੀ ਲੋੜ ਵੀ ਨਹੀਂ ਪੈਣੀ। ਇਹ ਉਦੋਂ ਅਗਾਂਹ ਵਾਲੀਆਂ ਅਵਸਥਾਵਾਂ ਵਾਲੀਆਂ ਗੱਲਾਂ ਨੇ। ਇਵੇਂ ਫਿਰ ਇੱਕ ਦੂੰ ਇੱਕ ਚੜ੍ਹਦੇ ਆ, ਜਿਵੇਂ ਸਟੈਪ ਹੁੰਦੇ ਆ ਪੌੜੀਆਂ ਦੇ, ਉਵੇਂ ਇਹ ਪੌੜੀਆਂ ਨੇ। ਪਹਿਲਾਂ ਪੌੜੀ ਹੁੰਦੀ ਆ ਗੁਰਦੁਆਰੇ ਆਉਣਾ, ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਇਹ ਪਹਿਲੀ ਪੌੜੀ ਆ। ਗੁਰੂ ਨੂੰ ਸੁਣਨਾ ਦੂਜੀ ਪੌੜੀ ਆ। ਸੁਣ ਕੇ ਗੁਰੂ ਨੂੰ ਮੰਨਣਾ ਤੇ ਅੰਦਰ ਵਸਾ ਲੈਣਾ, ਇਹ ਸਿਖਰਾਂ ਵਾਲੀ ਪੌੜੀ ਆ। ਤਾਂ ਅਸੀਂ ਕੀ ਕਰਦੇ ਆ ਨਾ, ਪਹਿਲੀ ਪੌੜੀ ਵੀ ਅਸੀਂ ਕਰ ਲੈਂਦੇ ਆ, ਪਹਿਲਾ ਟੰਬਾ ਵੀ ਚੜ੍ਹ ਜਾਂਦੇ ਆ, ਦੂਜਾ ਟੰਬਾ ਵੀ ਚੜ੍ਹ ਜਾਂਦੇ ਆ, ਉੱਠ ਵੀ ਖੜ੍ਹਦੇ ਆ, ਅੰਮ੍ਰਿਤ ਵੇਲੇ ਬਾਣੀ ਵੀ ਪੜ੍ਹ ਲੈਂਦੇ ਆ ਤੇ ਗੁਰਦੁਆਰੇ ਆ ਵੀ ਜਾਂਦੇ ਆ। ਜਦੋਂ ਆਉਂਦੀ ਆ ਅਮਲਾਂ ਦੀ ਗੱਲ, ਉਦੋਂ ਨਹੀਂ ਹੋ ਪਾਉਂਦਾ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ, ਦਰਗਹਿ ਆਏ ਕੰਮ। ਪਰ ਅਮਲਾਂ ਤੋਂ ਬਿਨਾਂ ਗੱਲ ਨਹੀਂ ਬਣਦੀ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਐਸੇ ਬੰਦੇ ਦੇਖੇ ਆ ਜਿਹੜੇ 10 ਸਾਲ ਦੀ ਮਿਹਨਤ ਕੀਤੀ, ਉਹਨਾਂ ਬੰਦਗੀ ਕੀਤੀ, ਪਰ ਉਹਨਾਂ ਅਮਲ ਨਹੀਂ ਕਮਾਇਆ। ਅੱਜ ਵੀ ਗੁੱਸਾ ਉਵੇਂ ਹੀ ਪਿਆ। ਫਿਰ ਮੈਂ 20 ਸਾਲਾਂ ਬਾਅਦ ਮਿਲਿਆ ਉਹਨਾਂ ਨੂੰ, ਕਹਿੰਦੇ ਮੈਨੂੰ ਲੱਗਾ ਇਹ ਬਦਲ ਗਏ ਹੋਣਗੇ, ਇਹਨਾਂ ਦਾ ਗੁੱਸਾ ਠੰਡਾ ਹੋ ਗਿਆ ਹੋ। ਉਵੇਂ ਹੀ ਸੀ, ਬਦਲੇ ਹੀ ਨਹੀਂ ਉਹ। ਜ਼ੋਰ ਦੇ ਨਾਲ ਨਹੀਂ, ਜੁਗਤੀ ਛੁੱਟੈ ਸੰਸਾਰ। ਬਾਣੀ ਪੜ੍ਹਨ ਦਾ ਵੀ ਢੰਗ ਆ, ਇੱਕ ਜੁਗਤ ਆ। ਜੁਗਤ ਨਾ ਹੋਵੇ ਤਾਂ ਬੰਦੇ ਨੂੰ ਰੋਟੀਆਂ ਹੀ ਨਹੀਂ ਬਣਦੀਆਂ, ਗੋਲ ਹੀ ਨਹੀਂ ਪੱਕਦੀਆਂ, ਇੱਧਰ ਟੇਢੀਆਂ ਮਿੱਡੀਆਂ ਹੋ ਜਾਂਦੀਆਂ। ਜੁਗਤ ਨਾ ਹੋਵੇ ਤੇ ਬੰਦੇ ਨੂੰ ਕੁਝ ਬਣਾਉਣਾ ਹੀ ਨਹੀਂ ਆਉਂਦਾ, ਸਿਰਜਣਾ ਨਹੀਂ ਆਉਂਦਾ। ਮਕਾਨ ਬਣਿਆ ਹੈ, ਗੁਰਦੁਆਰੇ ਦੀ ਬਿਲਡਿੰਗ ਆ, ਜੁਗਤ ਨਾਲ ਬਣੀ ਹੋਈ ਆ। ਜ਼ੋਰ ਨਾਲ ਨਹੀਂ, ਜੁਗਤੀ ਛੁੱਟੈ ਸੰਸਾਰ। ਰਾਮ ਰਾਮ ਕਰਤਾ ਸਭ ਜਗ ਫਿਰੈ, ਪਰ ਰਾਮ ਨਾ ਪਾਇਆ ਜਾਏ। ਰਾਮ ਤਾਂ ਸਾਰੀ ਦੁਨੀਆ ਹੀ ਕਹਿੰਦੀ ਆ। ਲੋਗਨ ਰਾਮ ਖਿਲਾਉਣਾ ਜਾਨਾ, ਮਾਥੇ ਤਿਲਕ ਹੱਥ ਮਾਲਾ ਬਾਨਾ। ਪਰ ਵਿਰਲੇ ਆ ਜਿਨ੍ਹਾਂ ਨੂੰ ਵਾਹਿਗੁਰੂ ਕਹਿਣ ਦਾ ਢੰਗ ਆ ਗਿਆ, ਉਹ ਓਨੇ ਨਾਲ ਹੀ ਮੁਕਤ ਹੋ ਗਏ। ਬਹੁਤਿਆਂ ਨੇ ਬਹੁਤ ਵਾਰ ਕਿਹਾ, ਅੰਦਾਜ਼ ਆ ਜਿਹੜਾ ਨਾ ਜ਼ਿੰਦਗੀ ਨੂੰ ਜਿਉਣ ਦਾ, ਕਲਾ ਜਿਹੜੀ ਆ ਉਹ ਸਿੱਖਣੀ ਪੈਂਦੀ ਆ। ਤੁਰਨਾ ਹੋਵੇ, ਸਾਈਕਲ ਚਲਾਉਣਾ ਹੋਵੇ, ਗੱਡੀ ਚਲਾਉਣਾ ਹੋਵੇ, ਸਿੱਖਣੀ ਹੋਵੇ, ਕਲਾ ਹੈ, ਤਾਂ ਇਹ ਵਾਹਿਗੁਰੂ ਕਹਿਣ ਦੀ ਵੀ ਕੋਈ ਕਲਾ ਹੋਵੇਗੀ। ਸ਼ਬਦ ਸੁਰਤ ਭਵ ਸਾਗਰ ਤਰੀਐ। ਸ਼ਬਦ ਨੂੰ, ਸੁਰਤ ਨੂੰ, ਜ਼ੁਬਾਨ ਨੂੰ ਮਿਲਾ ਕੇ ਵਾਹਿਗੁਰੂ ਕਹਿਣਾ, ਇਹ ਇੱਕ ਜੁਗਤ ਹੀ ਤਾਂ ਹੈ, ਜੁਗਤ ਹੀ ਤਾਂ ਹੈ। ਮਹਾਂਪੁਰਸ਼ ਹੁਣ ਇਵੇਂ ਕਹਿੰਦੇ ਨੇ, ਕਹਿੰਦੇ ਬੰਦਾ ਆਟਾ ਵੀ ਗੁੰਨ ਲੈਂਦਾ, ਰੋਟੀ ਵੀ ਪਕਾ ਲੈਂਦਾ, ਪਰ ਖਾਂਦਾ ਨਹੀਂ। ਥਾਲੀ ਵੀ ਮੂਹਰੇ ਰੱਖ ਲੈਂਦਾ। ਜੇ ਕੋ ਖਾਵੇ ਜੇ ਕੋ ਭੁੰਚੈ, ਤਿਸਕਾ ਹੋਏ ਉਧਾਰੋ। ਜੇ ਇਹ ਭੋਜਨ ਨੂੰ ਖਾਵੇਗਾ ਕੋਈ, ਫੇਰ ਹੀ ਰੱਜੇਗਾ ਨਾ। ਮੈਂ ਆਟਾ ਵੀ ਗੁੰਨ ਲਿਆ, ਮੈਂ ਰੋਟੀਆਂ ਵੀ ਬਣਾ ਲਈਆਂ, ਮੈਂ ਥਾਲੀ 'ਚ ਵੀ ਪਾ ਲਈਆਂ, ਅੱਗੇ ਰੱਖ ਲਈਆਂ, ਪਰ ਖਾਂਦਾ ਨਹੀਂ ਤੇ ਆਖਦਾ ਮੈਂ ਰੱਜ ਜਾਂ। ਇਵੇਂ ਰੱਜ ਨਹੀਂ ਆਉਂਦਾ। ਜੇ ਕੋ ਖਾਵੇ ਜੇ ਕੋ ਭੁੰਚੈ, ਤਿਸਕਾ ਹੋਏ ਉਧਾਰੋ। ਜਿਹੜਾ ਵਾਹਿਗੁਰੂ ਕਹਿੰਦਾ ਹੈ, ਉਹਨੂੰ ਦਿਲ 'ਚ ਵਸਾਉਂਦਾ ਹੈ, ਰੋਟੀ ਅੰਦਰ ਜਾਂਦੀ ਹੈ ਤੇ ਖੂਨ ਬਣਦੀ ਹੈ। ਇਵੇਂ ਜਿਹੜਾ ਕੋਈ ਵਾਹਿਗੁਰੂ ਕਹਿੰਦਾ ਹੈ, ਉਹ ਵਾਹਿਗੁਰੂ ਜੈਸਾ ਬਣਨ ਦੀ ਕੋਸ਼ਿਸ਼ ਵੀ ਕਰਦਾ ਹੈ। ਜਿੱਦਾਂ ਉਹ ਬੱਚਾ ਸੀ ਜਿਹੜਾ ਰੇਸ 'ਚੋਂ ਜਿੱਤ ਗਿਆ ਸੀ ਵੱਡੇ ਬੱਚਿਆਂ ਦੇ ਨਾਲ। ਪੁੱਛਿਆ ਜਦੋਂ ਉਹਨੂੰ, ਤੂੰ ਜਿੱਤ ਕਿਵੇਂ ਗਿਆ? ਤੇਰੇ ਨਾਲ ਤਾਂ ਵੱਡੇ ਬੱਚੇ ਸੀ ਦੌੜਨ ਵਾਲੇ।
ਆਖਿਆ ਸੀ ਮੇਰੀ ਮਾਂ ਨੇ ਇਹ ਮੈਨੂੰ ਸਿਖਾਇਆ ਸੀ, ਰੱਬ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਤੇ ਮੈਂ ਅਰਦਾਸ ਕੀਤੀ ਰੇਸ ਤੋਂ ਪਹਿਲਾਂ, ਦੌੜ ਤੋਂ ਪਹਿਲਾਂ, ਰੱਬ ਜੀ ਤੁਸੀਂ ਮੇਰੇ ਪੈਰ ਨੂੰ ਉਤਾਂਹ ਚੱਕਿਓ, ਮੈਂ ਰੱਖਦਾ ਜਾਵਾਂਗਾ। ਤੁਸੀਂ ਉਤਾਂਹ ਚੱਕੀ ਜਾਇਓ, ਮੈਂ ਰੱਖਦਾ ਜਾਵਾਂਗਾ। ਕਹਿੰਦੇ ਇਵੇਂ ਉਤਾਂਹ ਚੱਕੀ ਗਏ ਮੇਰੇ ਪੈਰ ਨੂੰ, ਮੈਂ ਰੱਖਦਾ ਗਿਆ। ਉਤਾਂਹ ਚੱਕੀ ਗਏ, ਮੈਂ ਰੱਖਦਾ ਗਿਆ ਤੇ ਮੈਂ ਜਿੱਤ ਗਿਆ। ਤੇ ਅੱਧੀ ਜਿੱਤ ਕਹਿੰਦੇ ਇਹਦੇ ਵਿੱਚ ਰੱਬ ਦੀ ਆ। ਉਹ ਬੱਚੇ ਨੇ ਆਖਿਆ ਸੀ ਸਟੇਜ ਤੇ, ਮੇਰੀ ਨਹੀਂ, ਭਾਵ ਕਿ ਅੱਧੀ ਮੇਰੀ ਮਿਹਨਤ ਆ ਤੇ ਅੱਧੀ ਉਹਦੀ ਰਹਿਮਤ ਆ। ਹੁਣੇ ਕਿਰਪਾ ਕਰਕੇ ਮੈਨੂੰ ਫਤਿਹ ਕਰਾਈ ਆ। ਇਵੇਂ ਜੇ ਅਸੀਂ ਉੱਠਣਾ ਹੀ ਨਹੀਂ ਅੰਮ੍ਰਿਤ ਵੇਲੇ ਤਾਂ ਮਿਹਨਤ ਬੜੀ ਜ਼ਰੂਰੀ ਆ। ਪਰ ਜਪੀ ਹੋਈ ਚੀਜ਼ ਰਸ ਬਣੇ, ਇਹ ਉਹਦੀ ਕਿਰਪਾ ਹੁੰਦੀ ਆ। ਆਪਾਂ ਆਪਦਾ ਉਦਮ ਕਰਨਾ ਹੈ। ਮਾਲੀ ਦਾ ਕੰਮ ਕੀ ਹੁੰਦਾ? ਬੀਜ ਬੀਜਣੇ, ਪਾਣੀ ਪਾਉਣਾ ਤੇ ਭਰ ਭਰ ਮਸ਼ਕਾਂ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਮਾਲੀ ਦਾ ਕੰਮ ਹੁੰਦਾ ਬੂਟੇ ਲਾਉਣੇ, ਉਹਨਾਂ ਨੂੰ ਪਾਣੀ ਪਾਉਣਾ। ਪਰ ਮਾਲਕ ਦਾ ਕੰਮ ਹੁੰਦਾ ਉਹਨਾਂ ਨੂੰ ਰਸਾਂ ਦੇ ਨਾਲ ਭਰ ਦੇਣਾ, ਫੁੱਲ ਲਾ ਕੇ, ਫਲ ਲਾ ਕੇ। ਇਹ ਰੱਬ ਦਾ ਕੰਮ ਆ। ਆਪਾਂ ਆਪਦੇ ਕੰਮ ਕਰਨੇ ਆ, ਰੱਬ ਆਪਦੇ ਕੰਮ ਕਰੇਗਾ। ਇਸ ਕਰਕੇ ਜਿਹੜੇ ਸਾਡੇ ਕਰਨ ਵਾਲੇ ਆ ਸਾਨੂੰ ਹੀ ਕਰਨੇ ਪੈਣੇ ਆ, ਜਿਹੜੇ ਰੱਬ ਨੇ ਕਰਨੇ ਨੇ ਉਹ ਉਹਦੇ ਤੇ ਛੱਡ ਦਿਓ। ਇਸ ਕਰਕੇ ਬਹੁਤੀਆਂ ਚਿੰਤਾਵਾਂ ਵਿੱਚ ਪੈਣ ਦਾ ਫਾਇਦਾ ਨਹੀਂ। ਜੋ ਮਾਲਕ ਨੇ ਕਰਨਾ ਹੈ ਸੋ ਹੋ ਕੇ ਹੀ ਰਹੇਗਾ। ਅਸੀਂ ਬਸ ਉਦਮ ਕਰਨਾ ਹੈ ਤੇ ਵਾਹਿਗੁਰੂ ਕਹਿਣਾ ਹੈ। ਉਹ ਕਿਹਾ ਹੋਇਆ ਅੱਗੇ ਰਸ ਬਣੇ ਨਾ ਬਣੇ, ਇਹ ਉਹਦੀ ਕਿਰਪਾ ਹੁੰਦੀ ਆ। ਸੋ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਦਮ ਕਰੇਂਦਿਆਂ ਜਿਉ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏ ਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਬੜਾ ਜ਼ਰੂਰੀ ਆ। ਚੌਂਕੜਾ ਮਾਰ ਕੇ ਵਾਹਿਗੁਰੂ ਕਹਿਣਾ। ਸੋ ਆਪਾਂ ਵੀ ਐਸਾ ਉਦਮ ਕਰਨ ਦਾ ਯਤਨ ਕਰਦੇ ਹਾਂ ਤਾਂ ਕਿ ਸਾਡੀਆਂ ਟੈਨਸ਼ਨਾਂ, ਸਾਡਾ ਸਟਰੈਸ, ਸਾਡਾ ਬੋਝ ਦੂਰ ਹੋਵੇ, ਰਿਸ਼ਤਿਆਂ 'ਚ ਸਾਡੇ ਮਿਠਾਸ ਆਵੇ। ਆਓ ਪਿਆਰ ਦੇ ਨਾਲ ਆਪਾਂ ਵੀ ਉਦਮ ਕਰ ਲਈਏ। ਐਸੇ ਵਾਹਿਗੁਰੂ ਦਾ ਨਾਮ ਜਪ ਕੇ ਆਪਦੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਦਾ ਇੱਕ ਯਤਨ ਕਰਨਾ ਕਰਦੇ ਹਾਂ ਜੀ।
देहो सज्जने सीसड़ियाँ ज्यों होवे साहिब स्यों मेल। वाहेगुरु जी का खालसा वाहेगुरु जी की फतेह। तू ठाकुर तुम पह अरदास जियो पिंड सब तेरी रास। तुम मात पिता हम बारक तेरे सुख कनेरे कोई न जाने तुमरा अंत। ऊंचे ते ऊंचा भगवंत सगल समगरी तुमरे सुतर तारी। तुम ते होय आज्ञाकारी तुमरी गत मित तुम ही जानी। नानक दास सदा कुर्बानी तुद आगे अरदास हमारी। जियो पिंड सब तेरा वाहिगुरु कहो नानक सब तेरी वड्याई। जाने मेरा वाहिगुरु। एक ओंकार श्री वाहिगुरु जी की फतह। श्री भगवती जी सहाय वाह। श्री भगवती जी की पातशाही दसवीं। प्रथम भगवती सिमर गए गुरु नानक लई ध्याए। फिर अंगद गुर ते अमरदास रामदास हुई सहाय। अर्जन हर गोबिंद नूं सिमरो श्री हर राये। श्री हर कृष्ण ध्याइयै जिस डिठै सब दुख जाए। तेग बहादुर सिमरियै घर नौनित आवे धाए। सब थाई होए सहाय। दसवें पातशाह सतगुरु श्री गुरु गोबिंद सिंह साहिब जी महाराज। पंथ दे वाली धर्म राखे लोक परलोक दे सहाय। अमृत दे दाते सच्चे पिता जीओ सब थाई होए सहाय। सत श्री अकाल पुरख जी का ध्यान धर के बोलो जी। दसां पातशाहियां दी आत्मक जोत तख्त चवर छत्र दे मालक जुगो जुग अटल सर्ब कला भरपूर। धन धन सतगुरु श्री गुरु ग्रंथ साहिब जी महाराज जी दे दर्शन पाठ उपदेश जी का ध्यान धर के बोलो जी। सतगुरां दियां साजियां निवाजियां पंजां प्यारियां चार साहिबजादियां 40 मुक्तियां हटियां जपियां तपियां जिन्हां नाम जपिया वंड के छकिया। देख चलाई तेग बाही देख सुन के अंडेठ कीता। तिन्हां प्यारियां सचियारियां दी पवित्र कमाई दा ध्यान धर के बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए। खोपरियां रफाइयां चरखड़ियां दे झड़े तानारियां नाल चराए गए। गुरुद्वारियां दी सेवा दी कुर्बानियां कीतियां धर्म नहीं हारिया। सिੱਖੀ केसां ਸਵਾਸਾਂ संग निभाए। तिन्हां पुरातन ते वर्तमान समय दे सरबੱਤ शहीदां ਸਿੰਘਾਂ ਸਿੰਘਣੀਆਂ ਭੁਜੰਗੀਆਂ ਭੁਜੰਗਣਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਸਤਿਗੁਰਾਂ ਦੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਝੰਡਿਆਂ ਗੁੰਗਿਆਂ ਨਿਸ਼ਾਨਾਂ ਸਰੋਵਰਾਂ ਬੌਲੀਆਂ ਜੀ ਦਾ ਧਿਆਨ ਧਰ ਕੇ ਬੋਲੋ ਜੀ। प्रथमे सरबत खालसा जी की अरदास है जी। सरबत खालसा जी को वाहिगुरु 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 चितावे। चित आवन का सदका सर्ब सुख होवे। जहाँ जहाँ खालसा जी साहिब तहाँ तहाँ रशिया रियायत। देग तेग फतेह बिरद की पैज पंथ की जीत। श्री साहिब जी सहाय खालसा जी के बोल बाले बोलो जी। बख्शो जी सिखां नूं सिक्खी दान केस दान रहत दान विवेक दान विसाख दान भरोसा दान दाना सिर दान नाम दान।
श्री अमृतसर साहिब जी के दर्शन इशनान चौंकियां झंडे गूंगे जुग जुग अटल धर्म का जय जयकार बोलो जी। आप जी दे सिखां दा मान नीवा मत उची मत पत दे राखे आप अकाल पुरख वाहिगुरु साहिब जीओ अपने पंथ दे सदा सहाई दातार जीओ। श्री ननकाना साहिब के समूह गुरुद्वारे गुरधाम जिन्हां तो खालसा पंथ नूं विछोड़िया गया है तिन्हां दे खुलदे दर्शन दीदार ते सेवा संभाल दा दान खालसा पंथ जी नूं बख्शो जी। हे निमाणिया दे मान निताणिया दे तान निउटियां दी ऊट निआसरियां दे आसरे निगतियां दी गत निपतियां दी पत धन धन सतगुरु श्री गुरु नानक देव साहिब जी महाराज धन धन सतगुरु श्री गुरु गोबिंद सिंह साहिब जी महाराज धन धन सतगुरु श्री गुरु ग्रंथ साहिब जी महाराज पतित पावन भक्त वशल कृपा निधान गरीब निवाज ज्योति स्वरूप अंतरजामी सतगुरु सच्चे पिता जीओ। आप जी दे चरना कमना पास अरदास बेनती जोदरी है जी। आप जी ने अपार कृपा रहमत की है चार पैर रहन सुखाना बतीत करवाई चार पैर दिहाड़ा आया अपना मेहर भरिया हाथ रख करके सुखाना बतीत करवाना नाम बाणी जपदियां बतीत करवाना। आप जी की कृपा मेहर दे सदका अमृत वेले दा दीवान सजाया गया है। सजे हुए दीवान विच नित्यनेम दीयां पंजां बाणियां दे जाप होए उपरंत गुरबाणी दी कथा विचार हुई। कथा विचार करदियां गुरबाणी दे जाप करदियां समुची सेवा निभाउंदियां आप जी दी हजूरी अंदर विचरदियां एक नहीं अनेकां प्रकार दीयां भुलां चुकां हो जांदियां हन। अनजान बच्चे समझ के मुआफ करना अगाह वास्ते समर्थ बख्शणी शुद्ध स्पष्ट गुरबाणी पढ़न सेवा करन दे बादत नूं बख्शणे जी। पढ़ी सुनी बाणी दा भाव कथा दा भाव आईयां होईयां संगतां दे हिरदे ते वसाउणा। जिन्नी संगत ने आप जी दे दर दी हाजरी भरी हाजरी दर प्रवान करनी यथा शक्त भेटावां दर प्रवान करनियां चलिया होया कदम कदम लेके चलाउणा गुरसिੱਖੀ नाम दान सदक भरोसे दी दात बख्शणे जी। आप जी हजूर समूह साध संगत वालों कड़ाह प्रसाद दी देख करवाई गई है। देख सजाउंदे एक नहीं अनेकां प्रकार दीयां भुलां चुकां हो जांदियां अनजान बच्चे समझ के माफ करना गांह वास्ते समात बख्शणी। आप जी नूं प्रवान होए प्रसाद नूं भोग लगे करी पाक साल सोच पवित्र मन लाभ भोग हर राए। भोग लग्या सीध प्रसाद साध संगत विच वरते जो जी छके सो आप जी दा नाम सतनाम श्री वाहिगुरु साहिब जी जपे। हुण आप जी कृपा करो जी आईयां होईयां संगतां नूं लाही गुरबाणी दे हुक्मनामा साहिब बख्श करके निहाल करो। हुक्मनामा साहिब दे परथाए जीवन ढालन दे समर्थ बख्शने अखर वाधा घाटा भुल चुक मुआफ करने सरबत दे कारज रास करने सेई प्यारे मेल जिन्ना मिलिया तेरा नाम चितावे नानक नाम चढ़दी कला तेरे भाने सरबत दा भला। वाहिगुरु जी का खालसा वाहिगुरु जी की फतेह। दोहरा आज्ञा भई अकाल की सब सिखन को हुक्म है गुरु मान्यो ग्रंथ गुरु ग्रंथ जी मान्यो। जो प्रभ को मिल बोझ है राज करेगा खालसा। खुआर हुए सब मिलेंगे वाहिगुरु नाम जहाज है। जो शरदा कर सेम दे वाहिगुरु नाम जहाज है चढ़े सो उतरे पार। जो शरदा कर सेम दे पार उतारन हार। बोले सो निहाल। वाहिगुरु जी का खालसा वाहिगुरु जी की फतेह। वाहेगुरु जी किश रूप नहीं किश जात नहीं किश ढंग न मेरा। किश रूप नहीं
किश जात नाही किश ढंग न मेरा, क्या मोह लै बोले गुण विहून, नाम जपया न तेरा, नाम जपया न तेरा। गुर का दर्शन देख देख जीवा, गुर के चरण धोए धोए पीमा। वाहे गुरु जी टोडी महला पंजवा, कर पंजवा दो पदे। एक ओंकार सतगुर प्रसाद, ऐसो गुण मेरो प्रभ जी कीन। पंच दोख अर अहंग रोग, ए तंते सगल दूर कीन। ऐसो गुण मेरो प्रभ जी कीन, पंच दोख अर अहंग रोग, ए तंते सगल दूर कीन। रहाओ बंधन तोर शोर बिख्याते, गुर को शब्द में रहियर दीन। रूप अनुरूप मेरो कछ ना विचारियो, प्रेम गयो मोए हर रंग पीन। पेख्यो लालन पाट बीच खोए, आनंद चिता हरखे पतीन। तिसही को गृह सोई प्रभ नानक, सो ठाकुर तिसही को तीन। पेख्यो लालन पाट बीच खोए, आनंद चिता हरखे पतीन। तिसही को गृह सोई प्रभ नानक, सो ठाकुर तिसही को तीन। वाहेगुरु जी का खालसा, वाहेगुरु जी की फतेह। जपो सतनाम 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 जी। जपो सतनाम 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 जी। सतनाम 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 जी। वाहेगुरु 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 जी। जपो जी वाहेगुरु 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 जी। सतनाम 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 जी। सतनाम 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 जी। सतनाम 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 जी। सतनाम 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 जी। वाहेगुरु जी का खालसा वाहेगुरु जी की फतेह।
ਧੰਨ